ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਤੇ ਠੀਕ-ਠਾਕ ਹੋਵੋਗੇ ਅਤੇ ਤੁਹਾਡੇ ਆਪਣੇ ਐਗਜ਼ਾਮ ਪੀਐਸਟੈਟ ਜਾਂ ਫਿਰ ਸੀਟੈਟ ਹੋਵੇ ਉਸ ਦੀ ਜੋ ਤਿਆਰੀ ਹੈ ਉਹ ਵਧੀਆ ਜਾਰੀ ਹੋਏਗੀ। ਸੋ ਅੱਜ ਦੀ ਅਸੀਂ ਇਸ ਵੀਡੀਓ ਦੇ ਵਿੱਚ ਸਾਡੇ ਈਵੀਐਸ ਵਾਲਾ ਜੋ ਪਾਰਟ ਹੈ ਜੀ ਉਸਨੂੰ ਹੀ ਕੰਟੀਨਿਊ ਕਰਾਂਗੇ। ਸੋ ਇਸ ਤੋਂ ਪਹਿਲਾਂ ਮੈਂ ਈਵੀਐਸ ਦੇ 21 ਪਾਰਟ ਜੋ ਕਿ ਥਿਊਰੀ ਮਤਲਬ ਤੁਹਾਡੇ ਸਿਲੇਬਸ ਨਾਲ ਰਿਲੇਟਡ ਨੇ ਉਹ ਅਸੀਂ ਅਪਲੋਡ ਕਰ ਚੁੱਕੇ ਹਾਂ, ਪਲੱਸ 2 ਪਾਰਟ ਜਿਹੜੇ ਹੈਗੇ ਨੇ ਉਹ ਈਵੀਐਸ ਦੀ ਪੈਡਾਗੋਜੀ ਦੇ ਵੀ ਅਪਲੋਡ ਹੋ ਚੁੱਕੇ ਨੇ। ਕੁੱਲ ਮਿਲਾ ਕੇ ਹੁਣ ਤੱਕ 23 ਪਾਰਟ, ਇਸ ਵੀਡੀਓ ਤੋਂ ਪਹਿਲਾਂ 23 ਪਾਰਟ ਜਿਹੜੇ ਹੈਗੇ ਨੇ ਉਹ ਅਪਲੋਡ ਹੋ ਚੁੱਕੇ ਨੇ। ਸੋ ਅਗਰ ਤੁਸੀਂ ਇਹ ਵਾਲੇ 23 ਪਾਰਟ ਨਹੀਂ ਦੇਖੇ ਤਾਂ ਉੱਪਰ ਆਈ ਬਟਨ ਤੇ ਪਲੇਲਿਸਟ ਦਾ ਜਾਂ ਕਹ ਲਓ ਵੀਡੀਓਜ਼ ਦਾ ਲਿੰਕ ਆ ਰਿਹਾ ਹੋਣਾ, ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ। ਇਸ ਤੋਂ ਇਲਾਵਾ ਬਹੁਤ ਸਾਰਾ ਪੋਰਸ਼ਨ ਅਸੀਂ ਕੰਪਲੀਟ ਕਰ ਚੁੱਕੇ ਹਾਂ, ਜਿਸ ਤਰੀਕੇ ਨਾਲ ਸੀਡੀਪੀ, ਇੰਗਲਿਸ਼ ਪੈਡਾਗੋਜੀ ਸੋ ਐਂਡ ਮੈਥਮੈਟਿਕਸ ਸਾਡਾ ਕੰਟੀਨਿਊ ਹੈ। ਸੋ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਪੀਐਸਟੈਟ ਜਾਂ ਫਿਰ ਸੀਟੈਟ ਨਾਲ ਰਿਲੇਟਡ ਉਹ ਅਸੀਂ ਬਿਲਕੁਲ ਕੰਪਲੀਟ ਕਰ ਚੁੱਕੇ ਹਾਂ, ਥਿਊਰੀ ਵਾਲਾ ਪੋਰਸ਼ਨ ਸਿਲੇਬਸ। ਐਂਡ ਹੁਣ ਅਸੀਂ ਉਹਨਾਂ ਦੇ ਜੋ ਐਮਸੀਕਿਊ ਹੈ ਉਹ ਲਗਾ ਰਹੇ ਹਾਂ। ਸੋ ਉਹ ਵਾਲੀਆਂ ਵੀਡੀਓਜ਼ ਦਾ ਵੀ ਮੈਂ ਲਿੰਕ ਉੱਪਰ ਆਈ ਬਟਨ ਤੇ ਦੇ ਦਿਆਂਗਾ। तो चलो जी स्टार्ट करते हैं। बड़ा ही इंपॉर्टेंट टॉपिक साउंड, ठीक है, जिस ਦੇ ਵਿੱਚੋਂ ਆਪਾਂ ਨੂੰ ਕੁਐਸਚਨ ਜਿਹੜੇ ਹੈਗੇ ਨੇ ਉਹ ਪੇਪਰ ਦੇ ਵਿੱਚ ਇੱਕ ਅੱਧਾ ਕੁਐਸਚਨ ਜਿਹੜਾ ਹੈਗਾ ਉਹ ਆ ਜਾਂਦਾ ਹੈ। ਇੱਕ ਕੁਐਸਚਨ ਦਾ ਮੰਨ ਕੇ ਚੱਲੋ ਕਿ ਆਏਗਾ 22 23 ਦੇ ਵਿੱਚੋਂ। ਸੋ ਜ਼ਿਆਦਾ ਤੋਂ ਜ਼ਿਆਦਾ ਦੋ ਵੀ ਹੋ ਸਕਦੇ ਨੇ। ਸੋ ਥੋੜਾ ਜਿਹਾ ਚੈਪਟਰ ਜਿਹੜਾ ਹੈਗਾ ਜੀ ਕੰਪਲਿਕੇਟਡ ਹੈਗਾ, ਠੀਕ ਹੈ, ਇਹਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਥੋੜਾ। ਸਭ ਤੋਂ ਪਹਿਲਾਂ ਸਾਊਂਡ, ਜਿਹਨੂੰ ਪੰਜਾਬੀ ਦੇ ਵਿੱਚ ਮੈਂ ਧੁਨੀ ਬੋਲੂੰਗਾ, ਇਸੇ ਨੂੰ ਤੁਸੀਂ ਆਵਾਜ਼ ਵੀ ਲਿਖ ਸਕਦੇ ਹੋ, ਠੀਕ ਹੈ, ਧੁਨੀ ਨੂੰ ਤੁਸੀਂ ਆਵਾਜ਼ ਵੀ ਬੋਲ ਸਕਦੇ ਹੋ। ਸੋ ਟੂ ਹੀਅਰ ਅ ਸਾਊਂਡ देयर शुड बी प्रेजेंस ऑफ, ਕਹਿੰਦੇ ਇੱਕ ਆਵਾਜ਼ ਸੁਣਨ ਲਈ, ਠੀਕ ਹੈ, ਉੱਥੇ ਕਾਦੀ ਮੌਜੂਦਗੀ ਹੋਣੀ ਚਾਹੀਦੀ ਹੈ। ਮਤਲਬ ਅਗਰ ਅਸੀਂ ਆਵਾਜ਼ ਸੁਣਨੀ ਹੈ ਤਾਂ ਕੀ ਹੋਣਾ ਚਾਹੀਦਾ ਸਾਡੇ ਕੋਲ। ਨਾਰਮਲੀ ਸਾਡਾ ਆਨਸਰ ਹੁੰਦਾ ਹੈ ਕਿ ਈਅਰ, ਕੰਨ ਹੋਣੇ ਚਾਹੀਦੇ ਹੈ, ਹਨਾ। ਜਿਵੇਂ ਮੈਂ ਲਾਈਟ ਵਾਲੇ ਚੈਪਟਰ ਦੇ ਵਿੱਚ ਦੱਸਿਆ ਸੀਗਾ ਕਿ ਅਗਰ ਆਪਾਂ ਕਿਸੇ ਚੀਜ਼ ਨੂੰ ਦੇਖਣਾ ਤਾਂ ਸਾਡੇ ਕੋਲ ਕੀ ਹੋਣਾ ਚਾਹੀਦਾ, ਆਈਜ਼ ਹੋਣੀਆਂ ਚਾਹੀਦੀਆਂ, ਬਟ ਉਸ ਤੋਂ ਵੀ ਥੋੜਾ ਜ਼ਿਆਦਾ ਇੰਪੋਰਟੈਂਟ ਸੀਗਾ ਕਿ ਲਾਈਟ ਹੋਣੀ ਚਾਹੀਦੀ ਹੈ। ਹਨੇਰੇ ਦੇ ਵਿੱਚ ਸਾਡੇ ਕੋਲ ਅੱਖਾਂ ਤਾਂ ਹੈਗੀਆਂ ਬਟ ਅਸੀਂ ਨਹੀਂ ਦੇਖ ਸਕਦੇ, ਠੀਕ ਹੈ, ਰਾਤ ਵੇਲੇ। ਸੋ ਲਾਈਟ ਜ਼ਰੂਰੀ ਹੈ, ਫਿਰ ਹੀ ਆਈਜ਼ ਜਿਹੜੀਆਂ ਹੈਗੀਆਂ ਨੇ ਉਹ ਪ੍ਰੋਪਰ ਕੰਮ ਕਰਨਗੀਆਂ। ਸੋ ਸਿਮਿਲਰਲੀ ਅਗਰ ਅਸੀਂ ਕਿਸੇ ਚੀਜ਼ ਨੂੰ ਸੁਣਨਾਗਾ, ਠੀਕ ਹੈ, ਕਿਸੇ ਆਵਾਜ਼ ਨੂੰ ਅਸੀਂ ਸੁਣਨਾਗਾ ਤਾਂ ਕੰਨ ਤਾਂ ਹੋਣੀ ਚਾਹੀਦੀ ਹੈ, ਬਟ ਉਸ ਤੋਂ ਵੀ ਪਹਿਲਾਂ ਦੋ ਕੰਡੀਸ਼ਨਸ ਨੇ। ਉਹ ਕੀ ਹੈ? ਸਭ ਤੋਂ ਪਹਿਲਾਂ ਤਾਂ ਜੀ ਆਵਾਜ਼ ਪ੍ਰੋਡਿਊਸ ਹੋਣੀ ਚਾਹੀਦੀ ਹੈ, ਦਾ ਸੋਰਸ ਆਫ ਸਾਊਂਡ, ਧੁਨੀ ਦਾ ਸਰੋਤ ਹੋਣਾ ਚਾਹੀਦਾ ਹੈ। ਕਹਿਣ ਦਾ ਮਤਲਬ ਕਿ ਕੋਈ ਇਦਾਂ ਦਾ ਚੀਜ਼ ਹੋਵੇ ਜੋ ਕਿ ਆਵਾਜ਼ ਪੈਦਾ ਕਰ ਰਹੀ ਹੋਵੇ, ਚਾਹੇ ਉਹ ਕੋਈ ਹਿਊਮਨ ਬੀਇੰਗ ਹੋਵੇ, ਚਾਹੇ ਉਹ ਕੋਈ ਮਸ਼ੀਨ ਵਗੈਰਾ ਹੋਵੇ, ਕੁਝ ਵੀ ਹੋਵੇ। ਸੋ ਸੋਰਸ ਆਫ ਸਾਊਂਡ ਹੋਣਾ ਜ਼ਰੂਰੀ ਹੈ, ਜਿੱਥੋਂ ਆਵਾਜ਼ ਨਿਕਲਣੀ ਚਾਹੀਦੀ ਹੈ। ਇਸ ਤੋਂ ਬਾਅਦ ਦਾ ਮੋਸਟ ਇੰਪੋਰਟੈਂਟ ਇਜ਼ ਮੀਡੀਅਮ, ਮਾਧਿਅਮ। ਦੇਖੋ ਇਹ ਬੜਾ ਇੰਪੋਰਟੈਂਟ ਸ਼ਬਦ ਹੈ ਜੀ। ਮਾਧਿਅਮ ਦਾ ਮਤਲਬ ਕਿ ਮਤਲਬ ਰਸਤੇ ਦੇ ਵਿੱਚ ਕੁਝ ਨਾ ਕੁਝ ਹੋਣਾ ਚਾਹੀਦਾ ਹੈ ਨਾ, ਕੋਈ ਨਾ ਕੋਈ ਮਾਧਿਅਮ ਹੋਣਾ ਚਾਹੀਦਾ ਜਿਸ ਦੇ ਰਾਹੀਂ ਆਵਾਜ਼ ਨੇ, ਧੁਨੀ ਨੇ ਪਾਸ ਹੋਣਾ, ਲੰਘਣਾਗਾ। ਜਿਵੇਂ ਨਾਰਮਲੀ ਜੋ ਆਪਣੀ ਮਾਧਿਅਮ ਹੁੰਦੀ ਹੈ ਜੀ, ਅਗਰ ਹੁਣ ਲੈਟ ਅਸ ਸਪੋਜ਼ ਕਿ ਇੱਕ ਟੀਚਰ ਕਲਾਸ ਦੇ ਵਿੱਚ ਪੜ੍ਹਾ ਰਿਹਾਗਾ, ਠੀਕ ਹੈ, ਉਹ ਅੱਗੇ ਉਹਦੇ ਡੈਸਕ ਦੇ ਉੱਪਰ ਬੱਚੇ ਬੈਠੇ ਨੇ, ਤਾਂ ਉਹ ਟੀਚਰ ਜਦੋਂ ਬੋਲਦਾ ਪਿਆ ਤਾਂ ਬੱਚਿਆਂ ਨੂੰ ਉਹਦੀ ਆਵਾਜ਼ ਸੁਣਾਈ ਦੇ ਰਹੀ ਹੈ, ਕਿਉਂਕਿ ਕੋਈ ਨਾ ਕੋਈ ਮਾਧਿਅਮ ਹੈਗਾ ਉਹਨਾਂ ਦੇ ਵਿਚਾਲੇ, ਜੋ ਕਿ ਨਾਰਮਲੀ ਕੀ ਹੈ? ਹਵਾ, ਠੀਕ ਹੈ, ਜਿਸ ਦੇ ਰਾਹੀਂ ਜੋ ਆਵਾਜ਼ ਹੈ ਉਹ ਟਰੈਵਲ ਕਰਦੀ ਹੈ ਫਰੋਮ ਵਨ ਪਲੇਸ ਟੂ ਅਦਰ ਪਲੇਸ। ਜਿਵੇਂ ਅਗਰ ਮੈਂ ਉੱਪਰ ਸਪੇਸ ਦੀ ਗੱਲ ਕਰਾਂ, ਅਗਰ ਆਪਾਂ ਉੱਪਰ ਸਪੇਸ ਦੀ ਗੱਲ ਕਰੀਏ ਤਾਂ ਉੱਥੇ ਜੋ ਵੀ ਸਾਇੰਟਿਸਟ ਵਗੈਰਾ ਜੋ ਉੱਪਰ ਜਾਂਦੇ ਨੇ ਤਾਂ ਉੱਥੇ ਉਹ ਇੱਕ ਦੂਜੇ ਦੀ ਆਵਾਜ਼ ਡਾਇਰੈਕਟ ਨਹੀਂ ਸੁਣ ਸਕਦੇ, ਜਿਸ ਤਰੀਕੇ ਨਾਲ ਆਪਾਂ ਅਰਥ ਦੇ ਉੱਪਰ, ਧਰਤੀ ਦੇ ਉੱਪਰ ਸੁਣ ਸਕਦੇ ਹਾਂ, ਠੀਕ ਹੈ, ਕਿਉਂਕਿ ਉੱਥੇ ਜੋ ਹੈਗਾ ਉਹ ਕੋਈ ਮਾਧਿਅਮ ਹੀ ਨਹੀਂ ਹੈਗਾ, ਹਨਾ, ਬਿਲਕੁਲ ਪਲਾੜ ਵੈਕਿਊਮ ਬਣਿਆ ਪਿਆਗਾ, ਕੋਈ ਹਵਾ ਨਹੀਂ, ਕੋਈ ਮਾਧਿਅਮ ਨਹੀਂ ਹੈਗਾ, ਕੋਈ ਮੀਡੀਅਮ ਨਹੀਂ ਹੈਗਾ। ਤਾਂ ਕਰਕੇ ਉਹ ਇੱਕ ਦੂਜੇ ਦੀ ਆਵਾਜ਼ ਜਿਹੜੀ ਹੈਗੀ ਉਹ ਸੁਣ ਨਹੀਂ ਸਕਦੇ, ਉਹਨਾਂ ਨੂੰ ਵੀ ਕਿਸੇ ਯੰਤਰ ਦੀ ਵਰਤੋਂ ਕਰਨੀ ਪੈਂਦੀ ਹੈ, ਠੀਕ ਹੈ, ਆਪਸ ਦੇ ਵਿੱਚ ਗੱਲਬਾਤ ਕਰਨ ਲਈ। ਸੋ ਇਸ ਐਗਜ਼ਾਮਪਲ ਤੋਂ ਤੁਹਾਨੂੰ ਇੰਨਾ ਕਲੀਅਰ ਹੋ ਗਿਆ ਹੋਊਗਾ ਕਿ ਅਗਰ ਆਵਾਜ਼ ਨੇ, ਸਾਊਂਡ ਨੇ ਇੱਕ ਥਾਂ ਤੋਂ ਦੂਸਰੀ ਥਾਂ ਟਰੈਵਲ ਕਰਨਾ ਤਾਂ ਮੀਡੀਅਮ ਦਾ ਹੋਣਾ ਬੜਾ ਜ਼ਰੂਰੀ ਹੈ ਜੀ, ਜਿਸ ਨੂੰ ਪੰਜਾਬੀ ਦੇ ਵਿੱਚ ਬੋਲਦੇ ਆ ਮਾਧਿਅਮ। ਜਿਵੇਂ ਨਾਰਮਲੀ ਮਾਧਿਅਮ ਕੀ ਹੈ? ਜਿਸ ਤਰੀਕੇ ਨਾਲ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਤਾਂ ਜੋ ਨਾਰਮਲੀ ਹਵਾ ਵੀ ਇੱਕ ਤਰ੍ਹਾਂ ਦਾ ਮਾਧਿਅਮ ਹੈਗਾ। ਐਂਡ ਦਾ ਥਰਡ ਵਨ ਇਜ਼ ਈਅਰ। ਲਾਸਟ ਤੇ ਆ ਗਈ ਜੀ ਕੰਨ, ਜੋ ਕਿ ਸਭ ਤੋਂ ਇੰਪੋਰਟੈਂਟ ਹੈ। ਇਹਨੂੰ ਮੈਂ ਲਾਸਟ ਸਲਾਈਡ ਦੇ ਵਿੱਚ ਕੰਨ ਦੀ ਬਣਤਰ ਕਿਸ ਤਰੀਕੇ ਦੀ ਹੁੰਦੀ ਹੈ, ਕਿਵੇਂ ਕੰਮ ਕਰਦਾ ਹੈ, ਕਿਵੇਂ ਜੋ ਆਵਾਜ਼ ਹੈ ਕੰਨ ਦੇ ਅੰਦਰ ਜਾਂਦੀ ਹੈ, ਕੰਨ ਦੇ ਅੰਦਰ ਜੋ ਪਰਦਾ ਜਿਸ ਨੂੰ ਅਸੀਂ ਸਾਰੇ ਜਾਣਦੇ ਹਾਂ ਉਸ ਦਾ ਕੀ ਕੰਮ ਹੈ, ਠੀਕ ਹੈ, ਕਿਵੇਂ ਫਿਰ ਉਹ ਆਵਾਜ਼ ਸਾਡੇ ਬ੍ਰੇਨ ਤੱਕ ਪਹੁੰਚਦੀ ਹੈ, ਕਿਵੇਂ ਬ੍ਰੇਨ ਇੰਟਰਪ੍ਰੀਟ ਕਰਦਾ। ਸੋ ਇਹ ਸਾਰੀਆਂ ਚੀਜ਼ਾਂ ਦੀ ਆਪਾਂ ਗੱਲ ਕਰਾਂਗੇ। ਹੁਣ ਜੋ ਮੈਂ ਸਪੇਸ ਦੀ ਐਗਜ਼ਾਮਪਲ ਲਈ ਸੀ, ਸੋਚ ਕੇ ਦੇਖੋ ਕਿ ਉੱਥੇ ਮੰਨ ਲਓ ਕੋਈ ਸਾਇੰਟਿਸਟ ਗਏ ਤਾਂ ਉਹਨਾਂ ਕੋਲ ਕੰਨ ਤਾਂ ਹੈਗੇ ਆ ਨਾ,
ਪਰ ਫਿਰ ਵੀ ਉਹ ਮਤਲਬ ਆਵਾਜ਼ ਨੂੰ ਸੁਣ ਨਹੀਂ ਸਕਦੇ ਨਾਰਮਲੀ। ਦੇਖੋ ਕਿਸੇ ਮਸ਼ੀਨ ਵਗੈਰਾ ਦੀ ਮਦਦ ਦੇ ਨਾਲ ਸੁਣ ਲੈਣਗੇ, ਬਟ ਨਾਰਮਲੀ ਨਹੀਂ ਸੁਣ ਸਕਦੇ ਕਿਉਂਕਿ ਉੱਥੇ ਮੀਡੀਅਮ ਨਹੀਂ ਹੈਗਾ, ਮਾਧਿਅਮ ਨਹੀਂ ਹੈਗਾ। ਸੋ ਇਹ ਤਿੰਨੋਂ ਹੀ ਚੀਜ਼ਾਂ ਇੰਪੋਰਟੈਂਟ ਨੇ, ਠੀਕ ਹੈ। ਐ ਨਹੀਂ ਵੀ ਕੰਨ ਦੀ ਇੰਪੋਰਟੈਂਸ ਲਾਸਟ 'ਚ ਆ ਗਈ ਜੀ, ਇਦਾਂ ਹੋ ਗਿਆ। ਸੋ ਤਿੰਨੋਂ ਚੀਜ਼ਾਂ ਇੰਪੋਰਟੈਂਟ ਨੇ। ਇੱਕ ਤਾਂ ਕੋਈ ਚੀਜ਼ ਹੋਵੇ ਜਿਹੜੀ ਕਿ ਸਾਊਂਡ ਪ੍ਰੋਡਿਊਸ ਕਰੇ, ਠੀਕ ਹੈ ਜੀ। ਨੰਬਰ 2 ਤੇ ਕੋਈ ਨਾ ਕੋਈ ਮਾਧਿਅਮ ਹੋਣਾ ਚਾਹੀਦਾ, ਮੀਡੀਅਮ ਹੋਣਾ ਚਾਹੀਦਾ, ਜਿਸ ਦੇ ਵਿੱਚੋਂ ਸਾਊਂਡ ਨੇ, ਆਵਾਜ਼ ਨੇ, ਧੁਨੀ ਨੇ ਪਾਸ ਹੋਣਾਗਾ। ਐਂਡ ਲਾਸਟ ਵਨ ਇਜ਼ ਈਅਰ, ਜੋ ਕਿ ਪਤੀ ਆਪਾਂ ਨੂੰ ਕਿ ਇੰਪੋਰਟੈਂਟ ਪਾਰਟ ਹੈਗਾ। ਸੋ ਦਾ ਲਾਸਟ ਲਾਈਨ, ਸਾਊਂਡ ਇਜ਼ ਪ੍ਰੋਡਿਊਸਡ ਬਾਈ ਦਾ ਵਾਈਬ੍ਰੇਸ਼ਨ, ਧੁਨੀ ਕੰਪਨਾਂ ਦੁਆਰਾ ਪੈਦਾ ਹੁੰਦੀ ਹੈ। ਹੁਣ ਆਵਾਜ਼ ਨਿਕਲਦੀ ਕਿਵੇਂ ਹੈ? ਚਲੋ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ ਜੀ ਹਿਊਮਨ ਦੀ, ਹੈ ਨਾ, ਇਨਸਾਨ ਦੀ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਹਿਊਮਨ ਦੀ। ਇੱਥੇ ਤੁਸੀਂ ਫੋਟੋ ਦੇਖ ਸਕਦੇ ਹੋ। ਤਾਂ ਆਪਣੇ ਜੀ ਇੱਥੇ ਦੇਖੋ ਆਹ ਵਾਲੀ ਪੋਜੀਸ਼ਨ ਦੇ ਉੱਪਰ, ਠੀਕ ਹੈ, ਸਾਰੇ ਜਾਣੇ ਤੁਸੀਂ ਚੈੱਕ ਵੀ ਕਰ ਸਕਦੇ ਹੋ, ਵਾਕ ਯੰਤਰ ਹੁੰਦਾ ਹੈਗਾ, ਜਿਹਨੂੰ ਕੰਠ ਪਟਾਰੀ ਵੀ ਬੋਲ ਦਿੰਦੇ ਆ। ਵਾਕ ਯੰਤਰ ਜਾਂ ਫਿਰ ਕੰਠ ਪਟਾਰੀ ਜਾਂ ਫਿਰ ਕੰਠ ਪਿਟਾਰੀ, ਠੀਕ ਹੈ, ਇਹਨੂੰ ਅਸੀਂ ਬੋਲ ਸਕਦੇ ਹਾਂ। ਸੋ ਆਹ ਵਾਲੀ ਪੋਜੀਸ਼ਨ ਤੇ ਇਹ ਹੁੰਦਾ ਹੈਗਾ ਜਿੱਥੋਂ ਆਵਾਜ਼ ਪੈਦਾ ਹੁੰਦੀ ਹੈ, ਠੀਕ ਹੈ, ਜਿਸ ਜਗ੍ਹਾ ਤੋਂ ਆਵਾਜ਼ ਜਿਹੜੀ ਹੈਗੀ ਉਹ ਪੈਦਾ ਹੁੰਦੀ ਹੈ। ਹਾਂਜੀ, ਇਹਨੂੰ ਮੈਂ ਇੱਕ ਕੰਮ ਕਰਦਾ, ਮੈਂ ਇੰਗਲਿਸ਼ ਦੇ ਵਿੱਚ ਵੀ ਲਿਖ ਦਿੰਦਾ, ਕਿਉਂਕਿ ਹੋ ਸਕਦਾ ਕੋਈ ਸਟੂਡੈਂਟ ਹੋਣ ਜੀ ਇੰਗਲਿਸ਼ ਵਾਲੇ, ਉਹ ਵੀ ਜ਼ਰੂਰ ਮੈਨੂੰ ਦੱਸ ਦਿਓ ਕਿ ਕਿੰਨੇ ਕੁ ਬੱਚੇ ਨੇ, ਤਾਂ ਕਿ ਮੈਨੂੰ ਆਈਡੀਆ ਹੋ ਜੇ। ਇਹਨੂੰ ਅਸੀਂ ਵੌਇਸ ਬਾਕਸ, ਠੀਕ ਹੈ, ਜਾਂ ਫਿਰ ਲਾਰਿੰਕਸ ਵੀ ਬੋਲ ਦਿੰਦੇ ਆ, ਠੀਕ ਹੈ, ਤੁਸੀਂ ਨੋਟ ਕਰ ਲੈਣਾ ਇੰਗਲਿਸ਼ ਵਾਲਿਆਂ ਨੇ, ਬਾਕੀ ਅੰਤਰ ਜਾਂ ਫਿਰ ਕੰਠ ਪਟਾਰੀ ਨੂੰ। ਸੋ ਇੱਥੋਂ ਜੋ ਆਵਾਜ਼ ਹੈ ਜੀ ਉਹ ਨਿਕਲਦੀ ਹੈ। ਅਗਰ ਹੁਣ ਆਪਾਂ ਇਹ ਵਾਲੇ ਪੋਰਸ਼ਨ ਨੂੰ ਹੋਰ ਖੋਲ ਕੇ ਦੇਖੀਏ ਤਾਂ ਉਹ ਕੁਝ ਇਸ ਤਰ੍ਹਾਂ ਦਾ ਦਿਖਾਈ ਦੇਵੇਗਾ, ਜਿਵੇਂ ਕਿ ਤੁਸੀਂ ਰਾਈਟ ਸਾਈਡ ਦੇ ਉੱਪਰ ਦੇਖ ਸਕਦੇ ਹੋ। ਤਾਂ ਇੱਥੇ ਦੇਖੋ ਅੱਗੇ ਜੋ ਕੰਠ ਪਟਾਰੀ ਹੈ ਜਾਂ ਵਾਕ ਯੰਤਰ ਹੈ, ਠੀਕ ਹੈ, ਪਹਿਲਾਂ ਤਾਂ ਇਹੀ ਯਾਦ ਰੱਖਣਾ ਤੁਸੀਂ ਕਿ ਮਨੁੱਖ ਵਿੱਚ ਆਵਾਜ਼ ਪੈਦਾ ਕਰਨ ਵਾਲੇ ਯੰਤਰ ਦਾ ਕੀ ਨਾਮ ਹੈ, ਵਾਕ ਯੰਤਰ ਜਾਂ ਫਿਰ ਕੰਠ ਪਟਾਰੀ। ਤਾਂ ਉਹਦੇ ਆਲੇ ਦੁਆਲੇ ਜੀ ਦੋ ਸੁਰਤੰਦ ਹੁੰਦੇ ਨੇ। ਸੁਰਤੰਦ ਨੂੰ ਬੋਲਦੇ ਤੁਸੀਂ ਵੋਕਲ ਕਾਰਡਸ, ਹੈਨਾ, ਕਈ ਵਾਰੀ ਐਚ ਨਹੀਂ ਪਾਉਂਦੇ, CORDS ਪਾ ਦਿੰਦੇ ਨੇ, ਵੋਕਲ ਕਾਰਡਸ ਜਾਂ ਸੁਰਤੰਦ ਕਹਿ ਦਿਓ, ਇਹਨੂੰ ਤੁਸੀਂ ਸੁਰਤੰਦ ਲਿਖ ਸਕਦੇ ਹੋ ਪੰਜਾਬੀ ਦੇ ਵਿੱਚ। ਅੱਛਾ, ਜਦੋਂ ਹਵਾ ਇਹਨਾਂ ਦੇ ਵਿੱਚ ਦੀ ਪਾਸ ਕਰੂਗੀ, ਜਦੋਂ ਏਅਰ ਇਹਨਾਂ ਦੇ ਵਿੱਚ ਦੀ ਪਾਸ ਕਰੂਗੀ, ਤਾਂ ਜਿਹੜੇ ਸੁਰਤੰਦ ਹੁੰਦੇ ਨੇ, ਠੀਕ ਹੈ, ਵਾਈਬ੍ਰੇਟ ਕਰਨਾ ਸ਼ੁਰੂ ਕਰ ਦਿੰਦੇ ਨੇ, ਕੰਬਣਾ ਸ਼ੁਰੂ ਕਰ ਦਿੰਦੇ ਨੇ, ਹੈ ਨਾ, ਕੰਪਨ ਕਰਨਾ, ਜਿਸ ਨੂੰ ਮੈਂ ਬੋਲੂੰਗਾ ਬੈਟਰ ਸ਼ਬਦ ਕਿ ਕੰਪਨ ਕਰਨਾ ਸ਼ੁਰੂ ਕਰ ਦਿੰਦੇ ਨੇ, ਕੰਬਨ ਨੂੰ। ਤਾਂ ਜਦੋਂ ਵੀ ਕੋਈ ਚੀਜ਼ ਕੰਪਨ ਕਰਦੀ ਹੈ ਜਾਂ ਕਹ ਲਓ ਵਾਈਬ੍ਰੇਟ ਕਰਦੀ ਹੈ, ਠੀਕ ਹੈ, ਉਦੋਂ ਹੀ ਕੀ ਪੈਦਾ ਹੁੰਦਾ ਹੈਗਾ, ਸਾਊਂਡ, ਉਦੋਂ ਹੀ ਧੁਨੀ ਪ੍ਰੋਡਿਊਸ ਹੁੰਦੀ ਹੈ। ਸੋ ਬਹੁਤ ਸਾਰੀਆਂ ਐਕਟੀਵਿਟੀਜ਼ ਨੇ ਜੋ ਆਪਾਂ ਕਰ ਸਕਦੇ ਹਾਂ, ਖੈਰ ਆਪਾਂ ਇੰਨੀ ਡਿਟੇਲ 'ਚ ਨਹੀਂ ਜਾਵਾਂਗੇ। ਸੋ ਮੇਨ ਮੈਂ ਤਾਂ ਤੁਹਾਨੂੰ ਦੱਸ ਦਿੰਦਾ, ਫਿਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ, ਕਿ ਮਨੁੱਖ ਵਿੱਚ ਆਵਾਜ਼ ਪੈਦਾ ਕਰਨ ਵਾਲੇ ਯੰਤਰ ਦਾ ਕੀ ਨਾਮ ਹੈ ਜੀ, ਵਾਕ ਯੰਤਰ ਜਾਂ ਕੰਠ ਪਟਾਰੀ। ਇਹਦੇ ਵਿੱਚ ਅੱਗੇ ਕੀ ਹੁੰਦਾ, ਜਿੰਨਾ ਜੋ ਕਿ ਕੰਪਨ ਕਰਦੇ ਨੇ, ਠੀਕ ਹੈ, ਉਹਨਾਂ ਨੂੰ ਅਸੀਂ ਬੋਲਦੇ ਹਾਂ ਜੀ ਸੁਰਤੰਦ ਜਾਂ ਵੋਕਲ ਕਾਰਡਸ, ਠੀਕ ਹੈ। ਜਦੋਂ ਇਹ ਕੰਪਨ ਕਰਦੇ ਨੇ ਤਾਂ ਕੀ ਪੈਦਾ ਹੁੰਦੀ ਹੈ, ਸਾਊਂਡ ਪ੍ਰੋਡਿਊਸ ਹੁੰਦਾ ਜੀ, ਧੁਨੀ ਪੈਦਾ ਹੁੰਦੀ ਹੈ, ਆਵਾਜ਼ ਪੈਦਾ ਹੁੰਦੀ ਹੈ। ਬਸ ਇੰਨੀ ਗੱਲ ਤੁਸੀਂ ਯਾਦ ਰੱਖਣੀ ਹੈ। ਸੋ ਜੋ ਵੀ ਸਕਰੀਨ ਦੇ ਉੱਪਰ ਮੈਂ ਲਿਖਿਆ ਇਹਨੂੰ ਨੋਟ ਕਰਕੇ ਜ਼ਰੂਰ ਰੱਖਣਾ। ਹਾਂਜੀ, ਹੁਣ ਆਪਾਂ ਨੈਕਸਟ ਕਰਦੇ ਹਾਂ। ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਾਂਗਾ ਕਿ ਇਹ ਵਾਲਾ ਜੋ ਟੌਪਿਕ ਹੈ ਧੁਨੀ ਵਾਲਾ, ਇਹ ਥੋੜਾ ਜਿਹਾ ਸਾਇੰਟੀਫਿਕ ਹੈ, ਠੀਕ ਹੈ। ਇਹਨੂੰ ਧਿਆਨ ਨਾਲ, ਬੜੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਆ। ਫਿਰ ਵੀ ਮੈਂ ਉਨੀਆਂ ਕੁ ਚੀਜ਼ਾਂ ਲਈਆਂ ਨੇ ਜਿੰਨੀਆਂ ਕਿ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਜਾਂ ਜਿੰਨੀਆਂ ਕਿ ਦੇ ਵਿੱਚੋਂ ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਜਿਹੜਾ ਬਣ ਸਕਦਾ। ਸੋ ਧੁਨੀ ਬਾਰੇ, ਸਾਊਂਡ ਬਾਰੇ ਤਿੰਨ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ ਜੋ ਕਿ ਪੁੱਛ ਲਈਆਂ ਜਾਂਦੀਆਂ ਨੇ। ਪਹਿਲਾ ਹੈਗਾ ਐਂਪਲੀਟਿਊਡ, ਜਿਸ ਨੂੰ ਅਸੀਂ ਆਯਾਮ ਬੋਲਦੇ ਹਾਂ। ਫਿਰ ਫ੍ਰੀਕੁਐਂਸੀ ਆ ਗਈ ਜੀ, ਜਿਸ ਨੂੰ ਆਵਰਤੀ ਬੋਲਦੇ ਹਾਂ। ਫਿਰ ਟਾਈਮ ਪੀਰੀਅਡ, ਮਤਲਬ ਆਵਰਤ ਕਾਲ। ਹੁਣ ਇਹਨੂੰ ਧਿਆਨ ਨਾਲ ਸੁਣ ਲਾ। ਪਹਿਲਾਂ ਐਂਪਲੀਟਿਊਡ ਕੀ ਹੁੰਦਾ, ਉਹਦੇ ਲਈ ਦੇਖੋ ਆਪਾਂ ਇੱਥੇ ਐਗਜ਼ਾਮਪਲ ਲਈ ਹੈ ਪੈਂਡੂਲਮ ਦੀ, ਹਨਾ, ਪੈਂਡੂਲਮ ਦੀ। ਪੈਂਡੂਲਮ ਸਾਰੇ ਜਾਣਦੇ ਹੋ, ਪੈਂਡੂਲਮ ਬੂਮ, ਬੂਬ ਵੀ ਇਹਨੂੰ ਬੋਲਦੇ ਆ ਲਾਸਟ ਤੇ। ਸੋ ਜਿਸ ਤਰੀਕੇ ਨਾਲ ਪੁਰਾਣੇ ਟਾਈਮ ਪੀਸ ਵਗੈਰਾ ਹੁੰਦੇ ਸੀ, ਹਨਾ, ਤਾਂ ਉਹਦੇ ਵਿੱਚ ਲੱਗਿਆ ਹੁੰਦਾ ਸੀ ਇਸ ਤਰੀਕੇ ਨਾਲ, ਜੋ ਕਿ ਅੱਗੇ ਪਿੱਛੇ ਜਿਹੜਾ ਮੂਵ ਕਰਦਾ ਸੀਗਾ। ਸੋ ਦੇਖੋ ਇੱਥੇ ਪੈਂਡੂਲਮ ਲੱਗਿਆ ਹੋਇਆ ਇਹ ਵਾਲਾ, ਠੀਕ ਹੈ, ਇਹ ਵਾਲੀ ਜਗ੍ਹਾ ਦੇ ਉੱਪਰ। ਸੋ ਦੇਖੋ ਇਹ ਆਪਦੀ ਪੋਜੀਸ਼ਨ ਤੋਂ ਮੂਵ ਕਰਦਾ। ਮੰਨ ਲਓ ਇੱਧਰ ਨੂੰ ਜਾਊਗਾ, ਹਨਾ, ਇੱਧਰੋਂ ਫਿਰ ਵਾਪਸ ਆਊਗਾ ਇਹ, ਤੇ ਫਿਰ ਵਾਪਸ ਇੱਧਰ ਜਾਊਗਾ। ਸੋ ਇਸ ਤਰੀਕੇ ਨਾਲ ਇਹ ਮੂਵ ਕਰਦਾ ਰਹੂਗਾ, ਠੀਕ ਹੈ, ਆਪਣੀ ਪੋਜੀਸ਼ਨ ਦੇ ਆਲੇ ਦੁਆਲੇ। ਸੋ ਮੈਕਸਿਮਮ ਡਿਸਪਲੇਸਮੈਂਟ ਆਫ ਬੋਡੀ ਫਰੋਮ ਇਟਸ ਮੀਨ ਪੋਜੀਸ਼ਨ ਇਜ਼ ਕਾਲਡ ਐਂਪਲੀਟਿਊਡ। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਵੀ ਐਂਪਲੀਟਿਊਡ ਕੀ ਹੁੰਦਾ ਸਾਊਂਡ ਦਾ। ਕਹਿੰਦਾ ਕੰਪਨ ਕਰਦੀ ਹੋਈ ਵਸਤੂ ਦੀ ਮੱਧਮਣ ਸਥਿਤੀ ਤੋਂ ਵੱਧ ਦੂਰੀ ਨੂੰ ਆਯਾਮ ਕਹਿੰਦੇ ਹਨ। ਹੁਣ ਦੇਖੋ ਇਹ ਅੱਗੇ ਪਿੱਛੇ ਮੂਵ ਕਰ ਰਿਹਾ ਜੋ ਪੈਂਡੂਲਮ ਹੈ, ਇਹਦਾ ਮਤਲਬ ਇਸੇ ਨੂੰ ਅਸੀਂ ਬੋਲਦੇ ਹਾਂ ਕੀ ਕਰ ਰਿਹਾ ਹੈ, ਕੰਪਨ ਕਰ ਰਿਹਾ, ਹੈ ਨਾ, ਵਾਈਬ੍ਰੇਟ ਕਰ ਰਿਹਾ, ਜਾਂ ਕਹ ਲਓ ਕੰਪਨ ਕਰ ਰਿਹਾ।
ਸੋ ਵਾਈਬ੍ਰੇਸ਼ਨ ਕਈ ਤਰੀਕੇ ਦੀ ਹੋ ਸਕਦੀ ਹੈ, ਜਿਸ ਤਰੀਕੇ ਨਾਲ ਫੋਨ ਦੀ ਵਾਈਬ੍ਰੇਸ਼ਨ ਹੁੰਦੀ ਹੈ ਜੀ, ਠੀਕ ਹੈ। ਸੋ ਭੁਚਾਲ ਟਾਈਮ ਵੀ ਥੋੜਾ ਜਿਹਾ ਅਰਥ ਜੋ ਵਾਈਬ੍ਰੇਟ ਕਰਦੀ ਹੈ। ਸੋ ਮਤਲਬ ਕਾਫੀ ਜਗ੍ਹਾ ਤੇ ਵੈਸੇ ਕੰਪਨ ਸ਼ਬਦ ਆਉਂਦਾ ਹੈਗਾ। ਬਸ ਯਾਦ ਰੱਖਿਓ ਕਿ ਕੰਪਨ ਜਾਂ ਵਾਈਬ੍ਰੇਸ਼ਨ ਦਾ ਮਤਲਬ ਕਿ ਆਪਣੀ ਇੱਕ ਸੇਮ ਜੀ ਪੋਜੀਸ਼ਨ ਦੇ ਆਲੇ ਦੁਆਲੇ ਅੱਗੇ ਪਿੱਛੇ ਮੂਵ ਕਰੀ ਜਾਣਾ। ਇਸ ਤਰੀਕੇ ਨਾਲ ਤੁਸੀਂ ਇਹਨੂੰ ਯਾਦ ਰੱਖ ਸਕਦੇ ਹੋ। ਸੋ ਦੇਖੋ ਇਹਦੀ ਮੀਨ ਪੋਜੀਸ਼ਨ ਕਿਹੜੀ ਆ ਗਈ ਜੀ, ਮੱਧਮਾਨ ਸਥਿਤੀ ਇਸ ਪੈਂਡੂਲਮ ਦੀ ਕੀ ਆ ਗਈ, ਕਿਹੜਾ ਪੁਆਇੰਟ ਆ ਗਿਆ, A ਪੁਆਇੰਟ ਆ ਗਿਆ, ਹਨਾ। ਇਹਦੀ ਮੱਧਮਾਨ ਸਥਿਤੀ ਤੋਂ ਵੱਧ ਦੂਰੀ, ਚਾਹੇ C ਸਾਈਡ ਵੱਲ ਚੱਲ ਜਾਓ ਚਾਹੇ B ਸਾਈਡ ਵੱਲ ਚੱਲ ਜਾਓ, ਉਸੇ ਨੂੰ ਇਹਦਾ ਕੀ ਬੋਲਾਂਗੇ ਅਸੀਂ, ਐਂਪਲੀਟਿਊਡ। ਵੈਸੇ ਨਾ ਜਦੋਂ ਸਾਊਂਡ ਦੀ ਗੱਲ ਆ ਜਾਂਦੀ ਹੈ ਜੀ, ਹਨਾ, ਸਾਊਂਡ ਦੀ ਗੱਲ ਆ ਜਾਂਦੀ, ਮੈਂ ਬਣਾ ਦਿੰਨਾ। ਤਾਂ ਸਾਊਂਡ ਅੱਗੇ ਤੁਸੀਂ ਵੇਵਸ ਦੇ ਵਿੱਚ ਪੜ੍ਹਦੇ ਆ, ਵੈਸੇ ਅਸੀਂ ਕਾਫੀ ਡੀਪ ਪੜ੍ਹਦੇ ਆ ਸਾਊਂਡ ਨੂੰ ਇਸ ਤਰੀਕੇ ਨਾਲ, ਠੀਕ ਹੈ। ਵੇਵਸ ਦੇ ਵਿੱਚ ਉਹਨੂੰ ਪੜ੍ਹਿਆ ਜਾਂਦਾ, ਇਹਨੂੰ ਵੇਵਸ ਬੋਲਦੇ ਆ ਅਸੀਂ। ਸੋ ਖੈਰ ਮੈਂ ਇੰਨੀ ਜ਼ਿਆਦਾ ਡਿਟੇਲ 'ਚ ਨਹੀਂ ਜਾਊਂਗਾ, ਫਿਰ ਤਾਂ ਉਹ ਬਹੁਤ ਜ਼ਿਆਦਾ ਡੀਪ ਹੋ ਜਾਂਦਾ ਕੰਮ। ਸੋ ਇਸ ਤਰੀਕੇ ਨਾਲ ਵੇਵਸ ਚੱਲਦੀਆਂ ਨੇ, ਹਨਾ। ਤਾਂ ਹੁਣ ਦੇਖੋ ਇੱਥੋਂ ਲੈ ਕੇ ਉੱਪਰ ਤੱਕ, ਇੱਥੋਂ ਲੈ ਕੇ ਉੱਪਰ ਤੱਕ ਜਿੰਨਾ ਵੀ ਡਿਸਟੈਂਸ ਹੈ ਉਹਨੂੰ ਕੀ ਬੋਲਦੇ ਆ ਅਸੀਂ, ਐਂਪਲੀਟਿਊਡ ਜਾਂ ਕਹ ਲਓ ਆਯਾਮ। ਉਸ ਸਾਊਂਡ ਦਾ ਕੀ ਬੋਲਦੇ ਆ, ਐਂਪਲੀਟਿਊਡ ਜਾਂ ਕਹ ਲਓ ਆਯਾਮ। ਸਿਮਿਲਰਲੀ ਆਲਾ ਵੀ ਸੇਮ ਹੀ ਹੋਊਗਾ, ਠੀਕ ਹੈ ਜੀ। ਆਲਾ ਵੀ A ਹੋਊਗਾ ਐਂਪਲੀਟਿਊਡ, ਆਲਾ ਵੀ A ਹੋਊਗਾ ਐਂਪਲੀਟਿਊਡ। ਸੋ ਵੈਸੇ ਜੇ ਮੈਂ ਜ਼ਿਆਦਾ ਟੈਕਨੀਕਲ ਸਮਝਾਉਣਾ ਹੋਵੇ ਤਾਂ ਤੁਹਾਨੂੰ ਇਦਾਂ ਵੀ ਸਮਝਾ ਸਕਦਾ, ਬਟ ਮੈਂ ਪੈਂਡੂਲਮ ਨਾਲ ਹੀ ਚੱਲ ਦਾਂਗਾ ਕਿ A ਪੋਜੀਸ਼ਨ ਤੋਂ ਮੱਧਮਾਨ ਸਥਿਤੀ ਤੋਂ ਚਾਹੇ B ਵੱਲ ਚੱਲ ਪੋ ਚਾਹੇ C ਵੱਲ ਚੱਲ ਪੋ, ਸੋ ਜਿੰਨਾ ਵੀ ਇਹ ਡਿਸਟੈਂਸ ਹੋਊਗਾ, ਹਨਾ, ਜਿੰਨੀ ਵੀ ਇਹ ਦੂਰੀ ਹੋਊਗੀ, ਉਸੇ ਨੂੰ ਕੀ ਬੋਲਦੇ ਆ ਅਸੀਂ, ਐਂਪਲੀਟਿਊਡ। ਇਸ ਤੋਂ ਬਾਅਦ ਸੈਕੰਡ ਆ ਗਈ ਜੀ ਫ੍ਰੀਕੁਐਂਸੀ, ਆਵ੍ਰਿਤੀ। ਆਵ੍ਰਿਤੀ ਵੀ ਇਹਨੂੰ ਬੋਲ ਦਿੰਦੇ ਆ। ਸੋ ਨੰਬਰ ਆਫ ਵਾਈਬ੍ਰੇਸ਼ਨ ਪਰ ਸੈਕਿੰਡ ਇਜ਼ ਕਾਲਡ ਫ੍ਰੀਕੁਐਂਸੀ। ਕਹਿੰਦੇ ਇੱਕ ਸੈਕਿੰਡ ਵਿੱਚ ਜਿੰਨੇ ਕੰਪਨ ਹੋ ਰਹੇ ਨੇ, ਜਿੰਨੀਆਂ ਵਾਈਬ੍ਰੇਸ਼ਨ ਹੋ ਰਹੀਆਂ ਨੇ, ਠੀਕ ਹੈ, ਉਹਨਾਂ ਨੂੰ ਅਸੀਂ ਕੀ ਬੋਲਦੇ ਆ, ਫ੍ਰੀਕੁਐਂਸੀ ਬੋਲਦੇ ਆ, ਆਵ੍ਰਿਤੀ ਬੋਲਦੇ ਆ। ਹੁਣ ਇਹਨੂੰ ਧਿਆਨ ਨਾਲ ਸਮਝੋ ਕਿਵੇਂ। ਦੇਖੋ ਮੰਨ ਲਓ A ਪੋਜੀਸ਼ਨ ਤੇ ਸੀ ਪਹਿਲਾਂ, ਜੋ ਪੈਂਡੂਲਮ ਦਾ ਮੇਨ ਸਿਰਾ ਗਾਲ ਸੈਂਟਰ ਵਾਲਾ, ਉਹ A ਪੋਜੀਸ਼ਨ ਤੇ ਸੀ। ਦੇਖੋ ਧਿਆਨ ਨਾਲ, ਉਹ A ਤੋਂ ਕਾਹਤੇ ਗਿਆ ਜੀ, C ਤੇ ਗਿਆ। ਮੰਨ ਲਓ ਪਹਿਲਾਂ ਖੱਬੇ ਪਾਸੇ ਗਿਆ C ਵੱਲ, ਫਿਰ C ਤੋਂ ਦੁਬਾਰਾ A ਤੇ ਆਇਆ, A ਤੋਂ ਉਹ ਫਿਰ ਅੱਗੇ ਲੰਘ ਜੂਗਾ ਕਾਦੇ ਵੱਲ, B ਤੇ ਲੰਘ ਜੂਗਾ, ਠੀਕ ਹੈ। B ਤੋਂ ਦੁਬਾਰਾ ਮੁੜ ਕੇ ਕਾਦੇ ਆਊਗਾ, A ਤੇ ਆਊਗਾ। ਦੇਖੋ ਧਿਆਨ ਨਾਲ, ਮੈਂ A ਤੋਂ ਚਲਾਇਆ, ਪਹਿਲਾਂ ਖੱਬੇ ਪਾਸੇ ਗਿਆ, ਮੇਰੇ ਅਕੋਰਡਿੰਗ ਜੋ ਲੈਫਟ ਸਾਈਡ ਬਣਦੀ ਹੈ C ਵੱਲ। ਸੋ A ਤੋਂ C ਤੋਂ ਫਿਰ A ਤੋਂ ਫਿਰ B ਤੋਂ ਦੁਬਾਰਾ A, ਹਨਾ। ਜਦੋਂ ਉਹਨੇ ਇੰਨਾ ਚੱਕਰ ਜਿਹੜਾ ਪੂਰਾ ਕਰ ਲਿਆ, ਇੰਨਾ ਰਸਤਾ ਕਵਰ ਕਰ ਲਿਆ, ਤਾਂ ਮੈਂ ਬੋਲੂੰਗਾ ਕਿ ਇੱਕ ਕੰਪਨ ਹੋ ਗਿਆ, ਹਨਾ, ਕਿ ਇੱਕ ਵਾਈਬ੍ਰੇਸ਼ਨ ਹੋ ਗਈ, ਇੱਕ ਡੋਲਨ ਹੋ ਗਿਆ, ਠੀਕ ਹੈ। ਕੰਪਨ ਨੂੰ ਡੋਲਨ ਵੀ ਲਿਖ ਸਕਦੇ ਹਾਂ ਅਸੀਂ। ਮੈਂ ਕਹੂੰਗਾ ਕਿ ਇੱਕ ਕੰਪਨ ਜਾਂ ਇੱਕ ਡੋਲਨ ਹੋ ਗਿਆ, ਇੱਕ ਵਾਈਬ੍ਰੇਸ਼ਨ ਹੋ ਗਈ। ਪਹਿਲਾਂ ਧਿਆਨ ਨਾਲ ਮਤਲਬ ਸਮਝੋ ਜੀ, ਵਾਈਬ੍ਰੇਸ਼ਨ ਦਾ ਕੀ ਹੈ, ਇੱਕ ਵਾਈਬ੍ਰੇਸ਼ਨ ਦਾ ਮਤਲਬ ਕੀ ਹੈ, ਇੱਕ ਕੰਪਨ ਦਾ ਮਤਲਬ ਕੀ ਹੈ ਕਿ A ਪੋਜੀਸ਼ਨ ਤੋਂ, ਠੀਕ ਹੈ, ਮੈਂ ਚੱਲਿਆ, ਮੈਂ C ਤੇ ਗਿਆ, ਫਿਰ A ਤੇ ਆਇਆ, ਫਿਰ B ਤੇ ਗਿਆ, ਫਿਰ ਵਾਪਸ A ਤੇ ਆਇਆ। ਸੋ ਜਦੋਂ ਇਹਨੇ ਇੰਨਾ ਰਸਤਾ ਕਵਰ ਕਰ ਲਿਆ, ਅਸੀਂ ਬੋਲਦੇ ਹਾਂ ਕਿ ਇੱਕ ਡੋਲਨ, ਇੱਕ ਵਾਈਬ੍ਰੇਸ਼ਨ ਜਾਂ ਇੱਕ ਕੰਪਨ ਹੋ ਗਿਆ। ਸੋ ਇੱਕ ਸੈਕਿੰਡ ਦੇ ਵਿੱਚ ਇਸ ਤਰੀਕੇ ਦੇ ਕਿੰਨੇ ਕੰਪਨ ਹੋਣਗੇ, ਕਿੰਨੀਆਂ ਵਾਈਬ੍ਰੇਸ਼ਨ ਹੋਣਗੀਆਂ, ਉਸੇ ਨੂੰ ਅਸੀਂ ਬੋਲਾਂਗੇ ਫ੍ਰੀਕੁਐਂਸੀ। ਹੁਣ ਸਿੰਪਲ ਜੀ ਗੱਲ ਹੈ, ਅਗਰ ਇਹ ਤੇਜ਼ ਮੂਵ ਕਰੂਗਾ ਤਾਂ ਇੱਕ ਸੈਕਿੰਡ ਦੇ ਵਿੱਚ ਵੱਧ ਵਾਈਬ੍ਰੇਸ਼ਨ ਹੋ ਜਾਣਗੀਆਂ, ਤੇ ਫ੍ਰੀਕੁਐਂਸੀ ਜਾਂ ਆਵ੍ਰਿਤੀ ਕੀ ਆ ਜੂਗੀ, ਆਵ੍ਰਿਤੀ ਕੀ ਆ ਜੂਗੀ, ਵੱਧ ਆ ਜੂਗੀ। ਸੋ ਇਹਦਾ ਇੱਕ ਫਾਰਮੂਲਾ ਵੀ ਹੁੰਦਾ ਜੀ, ਮੈਂ ਨੀਚੇ ਲਿਖ ਦਿੰਨਾ, ਠੀਕ ਹੈ। ਆਵ੍ਰਿਤੀ ਦਾ ਇੱਕ ਫਾਰਮੂਲਾ ਵੀ ਹੁੰਦਾ, ਜਿਸ ਤੇ ਆਪਾਂ ਇੱਕ ਅੱਧਾ ਸਵਾਲ ਵੀ ਕਰਕੇ ਦੇਖ ਲਾਂਗੇ। ਆਵ੍ਰਿਤੀ ਬਰਾਬਰ ਡੋਲਨਾਂ ਦੀ ਗਿਣਤੀ, ਠੀਕ ਹੈ, ਕਿੰਨੇ ਡੋਲਨ ਕੀਤੇ। ਡੋਲਨ ਮੈਂ ਤੁਹਾਨੂੰ ਦੱਸਦਾ ਵੀ ਕਿਵੇਂ ਗਿਣਨੇ ਆ। ਡੋਲਨਾਂ ਦੀ ਗਿਣਤੀ ਬਟਾ ਡੋਲਨਾਂ ਲਈ ਜਾਂ ਇੱਕ ਡੋਲਨ ਲਈ, ਜੇ ਸਾਰੇ ਡੋਲਨਾਂ ਲਈ ਲੱਗਿਆ ਸਮਾਂ, ਲਈ ਡੋਲਨਾਂ ਲਈ ਲੱਗਿਆ ਸਮਾਂ, ਇਹ ਫਾਰਮੂਲਾ ਵੀ ਹੁੰਦਾ ਜੀ ਇਹਦਾ, ਲੱਗਿਆ ਸਮਾਂ। ਡੋਲਨਾਂ ਦੀ ਗਿਣਤੀ ਬਟਾ ਡੋਲਨਾਂ ਲਈ ਲੱਗਿਆ ਸਮਾਂ। ਆਵ੍ਰਿਤੀ ਕੱਢਣ ਦਾ ਫਾਰਮੂਲਾ, ਤੇ ਆਵ੍ਰਿਤੀ ਦੀ ਜੋ ਇਕਾਈ ਹੈ ਉਹ HZ ਹੁੰਦੀ ਹੈ ਜੀ, HZ ਹਰਟਜ਼। ਇਹ ਨਾਮ ਸੀਗਾ ਸਾਇੰਟਿਸਟ ਦਾ, ਜਿਸ ਦੇ ਨਾਮ ਤੋਂ ਇਹਦੀ ਪਿੱਛੇ ਇਕਾਈ ਕੀ ਆ ਗਈ, HZ ਆ ਗਈ। ਚਲੋ ਇੱਕ ਨੂਮੈਰੀਕਲ ਕਰਕੇ ਮੈਂ ਦਿਖਾ ਦਿੰਨਾ, ਤਾਂ ਕਿ ਤੁਹਾਨੂੰ ਜਿਹੜਾ ਕੰਸੈਪਟ ਹੈ ਉਹ ਥੋੜਾ ਜਿਹਾ ਹੋਰ ਕਲੀਅਰ ਹੋ ਜੇ। ਪਹਿਲਾਂ ਤਾਂ ਆਪਾਂ ਰੇਜ਼ ਕਰ ਲੈਂਦੇ ਹਾਂ ਤਾਂ ਕਿ ਥੋੜੀ ਜਗ੍ਹਾ ਆਪਣੇ ਕੋਲ ਬਚੇ, ਠੀਕ ਹੈ। ਕਿਸ ਤਰੀਕੇ ਦਾ ਮਤਲਬ ਤੁਹਾਨੂੰ ਕੁਐਸਚਨ ਜਿਹੜਾ ਪੇਪਰ ਦੇ ਵਿੱਚ ਬਣ ਸਕਦਾ ਹੈ। ਆਈ ਹੋਪ ਕਿ ਇੱਥੋਂ ਤੱਕ ਤੁਸੀਂ ਨੋਟ ਕਰ ਲਿਆ ਹੋਣਾ। ਦੇਖੋ ਥੋੜਾ ਜਿਹਾ ਟੈਕਨੀਕਲ ਹੈ, ਬਹੁਤ ਫਾਸਟ ਜਿਹੜਾ ਹੈਗਾ, ਕੁਛ ਟਰਮਸ ਸਾਊਂਡ ਵਾਲੀਆਂ ਹੀ ਮੈਂ ਲਈਆਂ ਨੇ, ਇਹ ਨਹੀਂ ਕਿ ਮੈਂ ਬਹੁਤ ਕੁਝ ਕਰਵਾ ਰਿਹਾ ਤੁਹਾਨੂੰ, ਪਰ ਇੰਨਾ ਕਰਵਾ ਰਹੇ ਜਿੰਨਾ ਤੁਹਾਡੇ ਲਈ ਜ਼ਰੂਰੀ ਹੈ, ਪੇਪਰ ਦੇ ਲਈ ਜ਼ਰੂਰੀ ਹੈ। ਚਲੋ ਆਪਾਂ ਇੱਥੇ ਲਿਖਦੇ ਹਾਂ। ਹੁਣ ਮੰਨ ਲਓ ਜੀ ਕੋਈ ਪੈਂਡੂਲਮ ਹੈ, ਠੀਕ ਹੈ, ਮੰਨ ਲਓ ਕੋਈ ਪੈਂਡੂਲਮ ਹੈ, ਠੀਕ ਹੈ, ਉਹ ਡੋਲਨ ਕਰੂਗਾ। ਡੋਲਨ ਮਤਲਬ ਆਪਣੀ ਪੋਜੀਸ਼ਨ ਦੇ ਅੱਗੇ ਪਿੱਛੇ ਮੂਵ ਕਰੂਗਾ। ਉਹ 40 ਡੋਲਨ ਕਰਦਾ ਜੀ। ਕਿੰਨੇ ਡੋਲਨ ਕਰਦਾ, ਕਿੰਨੀਆਂ ਵਾਈਬ੍ਰੇਸ਼ਨ ਕਰਦਾ, 40। ਮੰਨ ਲਓ ਕਿੰਨੇ ਸਮੇਂ ਲਈ ਕਰਦਾ, 4 ਸੈਕਿੰਡ ਦੇ ਵਿੱਚ, ਹਨਾ।
ਇੱਕ ਪੈਂਡੂਲਮ ਹੈ ਜੋ ਕਿ 4 ਸੈਕਿੰਡ ਸਮੇਂ ਦੇ ਵਿੱਚ 40 ਡੋਲਨ ਕਰਦਾ ਹੈ। ਤੁਹਾਨੂੰ ਪੇਪਰ ਦੇ ਵਿੱਚ ਪੁੱਛ ਲੈਣਗੇ ਕਿ ਦੱਸੋ ਦੀ ਆਵਿਰਤੀ ਕਿੰਨੀ ਆਊਗੀ। ਹੁਣ ਆਵਿਰਤੀ ਦਾ ਫਾਰਮੂਲਾ ਆਪਾਂ ਕੱਢਿਆ ਹੋਇਆ ਜੀ, ਹਨਾ, ਫਾਰਮੂਲਾ ਆਪਾਂ ਲਿਖਿਆ ਹੋਇਆ। ਸੋ ਆਵਿਰਤੀ ਦਾ ਫਾਰਮੂਲਾ ਹੁੰਦਾ ਹੈਗਾ ਡੋਲਨਾਂ ਦੀ ਗਿਣਤੀ। ਸੋ ਡੋਲਨ ਕਿੰਨੀ ਗਿਣਤੀ ਹੋਗੀ 40 ਬਟਾ ਡੋਲਨਾਂ ਲਈ ਲੱਗਿਆ ਸਮਾਂ, ਕਿੰਨਾ ਸਮਾਂ ਲੱਗਿਆ 4 ਸੈਕਿੰਡ। ਸੋ 40 ਬਟਾ 4 ਜਦੋਂ ਤੁਸੀਂ ਕਰੋਗੇ ਤਾਂ 10 ਚੌਕਾ 40, ਤਾਂ ਕਿੰਨਾ ਆਨਸਰ ਆ ਜਾਏਗਾ ਤੁਹਾਡਾ, ਆਵਿਰਤੀ ਕਿੰਨੀ ਆ ਜਾਏਗੀ 10, ਤੇ ਇਹਦੇ ਪਿੱਛੇ ਇਕਾਈ ਜ਼ਰੂਰ ਪਾਉਣੀ ਹੈ HZ ਹਰਟਸ। ਸੋ ਇਦਾਂ ਅਸੀਂ ਕੱਢ ਸਕਦੇ ਹਾਂ ਫ੍ਰੀਕੁਐਂਸੀ। ਸੋ ਜਿੰਨੇ ਜ਼ਿਆਦਾ ਡੋਲਨ ਹੋਣਗੇ 1 ਸੈਕਿੰਡ ਦੇ ਵਿੱਚ, ਉਨੀ ਹੀ ਜਾਂ ਦਿੱਤੇ ਹੋਏ ਸਮੇਂ ਦੇ ਵਿੱਚ ਉਨੀ ਹੀ ਜੋ ਫ੍ਰੀਕੁਐਂਸੀ ਹੈ ਜੀ ਉਹ ਜ਼ਿਆਦਾ ਆਏਗੀ। ਸੋ ਇਹ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਅੱਗੇ ਆਪਾਂ ਗੱਲ ਕਰਦੇ ਹਾਂ ਆਵਰਤ ਕਾਲ ਦੀ। ਸੋ ਆਵਰਤ ਕਾਲ, ਜਿੱਥੇ ਸ਼ਬਦ ਆ ਗਿਆ ਨਾ ਕਾਲ, ਇਹਦਾ ਮਤਲਬ ਇੱਥੇ ਗੱਲ ਹੋਏਗੀ ਜੀ ਸਮੇਂ ਦੀ। ਸੋ ਇਹਦੀ ਪਰਿਭਾਸ਼ਾ ਹੁੰਦੀ ਹੈ ਜੀ ਕਿ ਕਿਸੇ ਵਸਤੂ ਵੱਲੋਂ, ਇੱਥੇ ਲਿਖ ਦੇਣਾ ਮੈਂ ਉੱਪਰ ਜੇ, ਠੀਕ ਹੈ, ਇੱਕ ਡੋਲਨ ਪੂਰਾ ਕਰਨ ਲਈ, ਕਿਸੇ ਵਸਤੂ ਵੱਲੋਂ ਇੱਕ ਡੋਲਨ ਮਤਲਬ ਇੱਕ ਚੱਕਰ, ਹਨਾ, ਇੱਕ ਵਾਈਬ੍ਰੇਸ਼ਨ, ਇੱਕ ਡੋਲਨ ਪੂਰਾ ਕਰਨ ਲਈ ਜੋ ਸਮਾਂ ਲੱਗਿਆ, ਇੱਕ ਡੋਲਨ ਪੂਰਾ ਕਰਨ ਲਈ ਲੱਗੇ ਸਮੇਂ ਨੂੰ, ਠੀਕ ਹੈ, ਲੱਗੇ ਸਮੇਂ ਨੂੰ ਕੀ ਬੋਲਦੇ ਆ ਅਸੀਂ, ਆਵਰਤ ਕਾਲ ਬੋਲਦੇ ਆ, ਟਾਈਮ ਪੀਰੀਅਡ ਬੋਲਦੇ ਆ। ਠੀਕ ਹੈ, ਨਾਲ ਦੀ ਨਾਲ ਜੋ ਬੱਚੇ ਨੋਟ ਕਰ ਰਹੇ ਆ ਨੋਟ ਕਰ ਸਕਦੇ ਹੋ ਕਿ ਕਿਸੇ ਵਸਤੂ ਵੱਲੋਂ ਇੱਕ ਡੋਲਨ, ਮਤਲਬ ਇੱਕ ਡੋਲਨ ਪੂਰਾ ਕਰਨਾ, ਉਹਦੇ ਲਈ ਜਿੰਨਾ ਸਮਾਂ ਲੱਗਦਾ ਉਹਨੂੰ ਅਸੀਂ ਕੀ ਬੋਲਦੇ ਹਾਂ ਜੀ, ਟਾਈਮ ਪੀਰੀਅਡ ਜਾਂ ਫਿਰ ਆਵਰਤ ਕਾਲ। ਸੋ ਇਹਦਾ ਆਵਰਤੀ ਨਾਲ ਇੱਕ ਰਿਲੇਸ਼ਨ ਹੁੰਦਾ ਹੈਗਾ, ਜੋ ਆਵਰਤ ਕਾਲ ਹੁੰਦਾ ਜੀ, ਠੀਕ ਹੈ, ਇਹ ਆਪਸ ਦੇ ਵਿੱਚ ਉਲਟਾ ਹੈਗਾ। ਆਵਰਤੀ ਦੇ ਨਾਲ ਆਵਰਤ ਕਾਲ ਦਾ ਫਾਰਮੂਲਾ ਹੁੰਦਾ, ਟਾਈਮ ਪੀਰੀਅਡ ਕੱਢਣ ਦਾ ਫਾਰਮੂਲਾ ਹੁੰਦਾ 1 ਵਟਾ ਆਵਰਤੀ। ਠੀਕ ਹੈ, ਨੋਟ ਕਰ ਸਕਦੇ ਹੋ। ਸੋ ਦੇਖੋ ਇੰਨਾ ਕੁ ਸੀਗਾ, ਥੋੜਾ ਜਿਹਾ ਟੈਕਨੀਕਲ ਜ਼ਰੂਰ ਹੋ ਗਿਆ, ਠੀਕ ਹੈ, ਥੋੜਾ ਜਿਹਾ ਟਰਮ ਟੈਕਨੀਕਲ ਜ਼ਰੂਰ ਹੋ ਗਿਆ, ਬਟ ਮੈਨੂੰ ਲੱਗਦਾ ਕਿ ਦੱਸਣਾ ਬੜਾ ਜ਼ਰੂਰੀ ਸੀਗਾ, ਕਿਉਂਕਿ ਇਹ ਜੋ ਨੂਮੈਰੀਕਲ ਟਾਈਪ ਤੁਹਾਨੂੰ ਕੁਐਸਚਨ ਹੈਗਾ, ਇਹ ਵੀ ਪੇਪਰ 'ਚ ਬਣ ਸਕਦੇ ਆ, ਡਾਇਰੈਕਟ ਤੁਹਾਨੂੰ ਡੈਫੀਨੇਸ਼ਨ ਵੀ ਪੇਪਰ 'ਚ ਆ ਸਕਦੀ ਹੈ। ਸੋ ਸਾਰਾ ਕੁਝ ਹੀ ਇੰਪੋਰਟੈਂਟ ਹੈ, ਜਿੰਨਾ ਕਿ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਹਾਂਜੀ, ਨੈਕਸਟ ਆਪਾਂ ਦੇਖਦੇ ਹਾਂ ਕਰੈਕਟਰਿਸਟਿਕਸ ਆਫ ਸਾਊਂਡ, ਧੁਨੀ ਦੀਆਂ ਵਿਸ਼ੇਸ਼ਤਾਵਾਂ। ਦੇਖੋ ਹੁਣ ਧੁਨੀ ਦੀਆਂ 3 ਵਿਸ਼ੇਸ਼ਤਾਵਾਂ ਹੁੰਦੀਆਂ ਨੇ। ਇਹ ਵਿਸ਼ੇਸ਼ਤਾਵਾਂ ਵੀ ਜਿਹੜੇ ਮੈਂ ਪਹਿਲਾਂ ਤੁਹਾਨੂੰ ਧੁਨੀ ਬਾਰੇ ਦੱਸਿਆ, ਐਂਪਲੀਟਿਊਡ ਵਗੈਰਾ, ਫ੍ਰੀਕੁਐਂਸੀ ਵਗੈਰਾ, ਹਨਾ, ਉਹਨਾਂ ਨਾਲ ਹੀ ਰਿਲੇਟਡ ਨੇ ਇਹ ਚੀਜ਼ਾਂ। ਸੋ ਉਹ ਸਮਝਾਉਣੀਆਂ ਜ਼ਰੂਰੀ ਸੀ, ਫੇਰ ਹੀ ਤੁਹਾਨੂੰ ਇਹ ਚੀਜ਼ ਸਮਝ ਆਉਣੀ ਸੀ। ਇਹ ਉਸ ਤੋਂ ਵੀ ਕਿਤੇ ਜ਼ਿਆਦਾ ਇੰਪੋਰਟੈਂਟ ਹੈ। ਤੇ ਸਭ ਤੋਂ ਪਹਿਲਾਂ ਧੁਨੀ ਦੀ ਵਿਸ਼ੇਸ਼ਤਾ ਕੀ ਹੈ ਜੀ, ਧੁਨੀ ਦੀ ਪ੍ਰਬਲਤਾ, ਲਾਊਡਨੈਸ ਜਿਹਨੂੰ ਅਸੀਂ ਬੋਲਦੇ ਹਾਂ। ਸ਼ਬਦ ਆ ਗਿਆ ਲਾਊਡ, ਲਾਊਡ ਦਾ ਮਤਲਬ ਹੀ ਹੁੰਦਾ ਉੱਚਾ, ਕਿ ਜਦੋਂ ਧੁਨੀ ਜੋ ਆਵਾਜ਼ ਦਾ ਉੱਚਾਪਨ ਹੈ ਉਸਨੂੰ ਅਸੀਂ ਕੀ ਬੋਲਦੇ ਹਾਂ, ਧੁਨੀ ਦੀ ਪ੍ਰਬਲਤਾ। ਸੋ ਆਵਾਜ਼ ਜਿੰਨੀ ਜ਼ਿਆਦਾ ਉੱਚੀ ਹੋਊਗੀ ਉਨੀ ਹੀ ਜ਼ਿਆਦਾ ਧੁਨੀ ਦੀ ਕੀ ਜ਼ਿਆਦਾ ਹੋਏਗੀ ਜੀ, ਪ੍ਰਬਲਤਾ ਜ਼ਿਆਦਾ ਹੋਏਗੀ। ਠੀਕ ਹੈ, ਲਾਊਡਨੈਸ ਜ਼ਿਆਦਾ ਹੋਏਗੀ। ਤਾਂ ਸਿੰਪਲ ਜੀ ਗੱਲ ਹੈ, ਜਿੰਨੀ ਉੱਚੀ ਆਵਾਜ਼ ਉਨੀ ਹੀ ਲਾਊਡਨੈਸ ਜ਼ਿਆਦਾ। ਇਸ ਤੋਂ ਬਾਅਦ ਆਯਾਮ ਨਾਲ ਇਹਦਾ ਰਿਲੇਸ਼ਨ ਬਣਦਾ ਜੀ। ਆਯਾਮ ਤੋਂ ਮੇਰਾ ਭਾਵ ਹੈ ਐਂਪਲੀਟਿਊਡ, ਹੈ ਨਾ, ਆਪਾਂ ਪਿਛਲੀ ਸਲਾਈਡ ਦੇ ਵਿੱਚ ਕਰਕੇ ਆਏ ਆ ਐਂਪਲੀਟਿਊਡ। ਐਂਪਲੀਟਿਊਡ ਤੁਹਾਨੂੰ ਮੈਂ ਦੱਸਿਆ ਵੀ ਸੀ ਕਿਵੇਂ ਕੱਢਣਾ ਹੈਗਾ। ਸੋ ਆਯਾਮ ਦੇ ਵਧਣ ਦੇ ਨਾਲ ਧੁਨੀ ਦੀ ਪ੍ਰਬਲਤਾ ਵੱਧਦੀ ਹੈ। ਸੋ ਜਿੰਨਾ ਆਯਾਮ ਵਧੂਗਾ ਨਾ, ਜਿੰਨਾ ਆਯਾਮ ਵਧੂਗਾ, ਜਿੰਨਾ ਐਂਪਲੀਟਿਊਡ ਵਧੂਗਾ, ਓਨੀ ਹੀ ਜ਼ਿਆਦਾ ਧੁਨੀ ਦੀ ਪ੍ਰਬਲਤਾ ਹੋਊਗੀ। ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਗਿਆ ਹੈਗਾ ਕਿ ਜੋ ਲਾਊਡਨੈਸ ਹੈ, ਠੀਕ ਹੈ, ਪ੍ਰਬਲਤਾ, ਉਹ ਕਾਦੇ ਨਾਲ ਰਿਲੇਟਡ ਹੈ, ਕਾਦੇ ਨਾਲ ਵੱਧਦੀ ਹੈ, ਤਾਂ ਉੱਥੇ ਸਹੀ ਆਨਸਰ ਆਊਗਾ ਜੀ ਐਂਪਲੀਟਿਊਡ। ਠੀਕ ਹੈ, ਤੱਕ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜੀ ਲਾਊਡਨੈਸ ਹੈ ਉਹਨੂੰ ਮਾਪਣ ਦੀ ਇਕਾਈ ਹੁੰਦੀ ਹੈ ਜੀ ਡੈਸੀਬਲ। ਯਾਦ ਰੱਖਣਾ, ਡੀਬੀ ਲਿਖਿਆ ਹੋਇਆ ਨਾ ਸਭ ਦੇ ਪਿੱਛੇ, ਸਭ ਦੇ ਪਿੱਛੇ ਡੀਬੀ ਲਿਖਿਆ ਹੋਇਆ। ਡੀਬੀ ਦੀ ਜੋ ਫੁੱਲ ਫਾਰਮ ਹੈ ਜੀ ਉਹ ਹੁੰਦੀ ਹੈ ਡੈਸੀਬਲ, ਡੈਸੀਬਲ। ਸੋ ਧੁਨੀ ਦੀ ਲਾਊਡਨੈਸ ਨੂੰ ਡੈਸੀਬਲ ਦੇ ਵਿੱਚ ਮਾਪਿਆ ਜਾਂਦਾ ਹੈ। ਸੋ ਇਹ ਚੀਜ਼ ਆਪਾਂ ਨੂੰ ਦੱਸਦੀ ਹੈ ਕਿ ਧੁਨੀ ਕਿੰਨੀ ਉੱਚੀ ਹੈ। ਜਿਸ ਤਰੀਕੇ ਨਾਲ ਆਪਾਂ ਕੁਝ ਵੀ ਲਾ ਲਓ ਇਹਦੇ ਵਿੱਚੋਂ, ਜਿਵੇਂ ਦੇਖੋ ਸੈਕਿੰਡ ਦੇਖੋ, ਵਿਸਪਰ ਲਿਖਿਆ ਹੋਇਆ ਨਾ, ਇਹਦਾ ਮਤਲਬ ਹੁੰਦਾ ਘੁਸਰ ਮੁਸਰ। ਜਿਵੇਂ ਬੱਚੇ ਕਲਾਸ ਦੇ ਵਿੱਚ ਹੌਲੀ ਹੌਲੀ ਇੱਕ ਦੂਸਰੇ ਨਾਲ ਬੋਲਦੇ ਰਹਿੰਦੇ ਆ, ਹਨਾ, ਆਪਾਂ ਕਹਿੰਦੇ ਨਹੀਂ ਘੁਸਰ ਮੁਸਰ ਕਰ ਰਹੇ ਨੇ, ਤਾਂ ਉਹਦੀ ਜੋ ਲਾਊਡਨੈਸ ਹੁੰਦੀ ਹੈ ਉਹ 30 ਲਿਖੀ ਹੋਈ ਹੈ ਇਹਨਾਂ ਨੇ, 30 ਡੈਸੀਬਲ। ਜੋ ਮੱਛਰ ਹੈ ਜੀ, ਜਦੋਂ ਭੀ ਭੀ ਕਰਦਾ ਕੰਨਾਂ ਦੇ ਕੋਲ ਆ ਕੇ, ਉਹਦੀ 40 ਲਿਖੀ ਹੋਈ ਹੈ। ਟ੍ਰੈਫਿਕ ਦੇ ਵਿੱਚ 70 ਲਿਖੀ ਹੋਈ ਹੈ। ਫੈਕਟਰੀ ਵਗੈਰਾ ਦੇ ਵਿੱਚ 80 ਲਿਖੀ ਹੋਈ ਹੈ। ਮਤਲਬ ਜਿਵੇਂ ਜਿਵੇਂ ਮੈਂ ਨੀਚੇ ਤੋਂ ਆ ਰਿਹਾ, ਉੱਪਰ ਤੋਂ ਨੀਚੇ ਆ ਰਿਹਾ, ਤਾਂ ਜੋ ਲਾਊਡਨੈਸ ਹੈ ਉਹ ਵੱਧਦੀ ਹੈ, ਹਨਾ, 80 ਡੈਸੀਬਲ ਤੱਕ
ਫੈਕਟਰੀ ਵਗੈਰਾ ਤੋਂ ਜੋ ਆਵਾਜ਼ ਆ ਰਹੀ ਹੈ, ਮਸ਼ੀਨਾਂ ਚੱਲਦੀਆਂ ਨੇ, ਉਹਦੀ ਜੋ ਲਾਊਡਨੈਸ ਹੈ ਉਹ ਕਿੰਨੀ ਮਾਪੀ ਜਾਂਦੀ ਹੈ? ਨਾਰਮਲੀ 80 dB, 80 ਡੈਸੀਬਲ। ਅੱਛਾ, ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਹੈ, ਇੱਕ ਹੁੰਦਾ ਜੀ ਸੰਗੀਤ। ਸੋ ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਦਾ ਪਿਆ, ਕਿਰਪਾ ਕਰਕੇ ਇਹਨਾਂ ਨੂੰ ਨੋਟ ਜ਼ਰੂਰ ਕਰ ਲਿਓ ਨਾਲ ਦੀ ਨਾਲ, ਬਹੁਤ ਕੰਮ ਆਉਣਗੀਆਂ ਅੱਗੇ। ਇੱਕ ਹੁੰਦਾ ਸ਼ੋਰ, ਇੱਕ ਹੁੰਦਾ ਸੰਗੀਤ, ਇੱਕ ਹੁੰਦਾ ਸ਼ੋਰ, ਹਨਾ? ਦੋਨੇ ਇਕੱਠੇ ਜੇ ਲੱਗਦੇ ਆ ਆਪਾਂ ਨੂੰ। ਸੋ ਸੰਗੀਤ ਤਾਂ ਉਹ ਆਵਾਜ਼ ਹੈ ਜਿਹੜੀ ਸੁਣਨ ਦੇ ਵਿੱਚ ਮਨ ਨੂੰ ਚੰਗੀ ਲੱਗੇ, ਜਦ ਕਿ ਸ਼ੋਰ ਇੱਕ ਇਦਾਂ ਦੀ ਆਵਾਜ਼ ਹੈ ਜੋ ਕਿ ਮਤਲਬ ਮਨ ਨੂੰ ਆਪਣੇ ਨੂੰ ਚੰਗੀ ਨਹੀਂ ਲੱਗਦੀ, ਆਪਾਂ ਨੂੰ ਚੰਗੀ ਨਹੀਂ ਲੱਗਦੀ। ਹਾਲਾਂਕਿ ਦੋਨਾਂ ਕੇਸਿਸ ਦੇ ਵਿੱਚ ਆਵਾਜ਼ ਪੈਦਾ ਹੋ ਰਹੀ ਹੁੰਦੀ ਹੈ, ਪਰ ਸੰਗੀਤ ਵਗੈਰਾ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਉਹ ਜਿਹੜੀ ਮਨ ਨੂੰ ਚੰਗੀ ਲੱਗਦੀ ਹੈ, ਬਟ ਸ਼ੋਰ ਵਾਲੀ ਜੋ ਆਵਾਜ਼ ਹੈ ਉਹ ਮਨ ਨੂੰ ਚੰਗੀ ਨਹੀਂ ਲੱਗਦੀ। ਇਸ ਤੋਂ ਇਲਾਵਾ ਜੋ ਸ਼ੋਰ ਹੈ ਜੀ, ਉਸਦੇ ਨਾਲ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਸਕਦੀਆਂ, ਜਿਵੇਂ ਸਾਡਾ ਜੋ ਬਲੱਡ ਪ੍ਰੈਸ਼ਰ ਹੈ ਉਹ ਵੱਧ ਸਕਦਾ ਹੈਗਾ, ਠੀਕ ਹੈ। ਬੀਪੀ ਵਗੈਰਾ ਦੀ ਦਿੱਕਤ ਆ ਸਕਦੀ ਹੈ, ਹਾਈਪਰਟੈਂਸ਼ਨ ਦੀ ਦਿੱਕਤ ਆ ਸਕਦੀ ਹੈ, ਨੀਂਦ ਨਾ ਆਉਣ ਦੀ ਦਿੱਕਤ ਆ ਸਕਦੀ ਹੈ। ਸੋ ਬਹੁਤ ਸਾਰੀਆਂ ਗੱਲਾਂ ਕਾਹਦੇ ਨਾਲ ਰਿਲੇਟਡ ਨੇ ਜੀ? ਸ਼ੋਰ ਦੇ ਨਾਲ, ਜਿਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਬੋਲਦੇ ਹਾਂ ਨੋਇਸ। ਇਹਨੂੰ ਅਸੀਂ ਨੋਇਸ ਬੋਲਾਂਗੇ, ਠੀਕ ਹੈ। ਸੰਗੀਤ ਨੂੰ ਮਿਊਜ਼ਿਕ ਬੋਲਾਂਗੇ, ਨਾਲ ਦੀ ਨਾਲ ਨੋਟ ਕਰ ਸਕਦੇ ਹੋ। ਸੋ ਹੁਣ ਲਾਊਡਨੈਸ ਜਿਹੜੀ ਹੈਗੀ ਹੈ, ਠੀਕ ਹੈ, ਉਹਦੇ ਨਾਲ ਕਿਵੇਂ ਪਤਾ ਲੱਗੂਗਾ ਆਪਾਂ ਨੂੰ? ਮਤਲਬ ਕਿੱਥੋਂ ਤੱਕ ਜੋ ਆਵਾਜ਼ ਦਾ ਉੱਚਾਪਨ ਹੈ ਹਨਾ, ਉਹ ਸਹੀ ਹੈ। ਉਸ ਤੋਂ ਬਾਅਦ ਉਹ ਸਾਡੇ ਈਅਰ ਦੇ ਲਈ, ਸਾਡੇ ਕੰਨਾਂ ਦੇ ਲਈ ਜਿਹੜਾ ਹੈਗਾ ਖਤਰਨਾਕ ਹੋ ਸਕਦਾ ਹੈ। ਸੋ ਅਗਰ ਕਿਸੇ ਆਵਾਜ਼ ਦੀ ਲਾਊਡਨੈਸ 80 dB, 80 ਡੈਸੀਬਲ ਤੋਂ ਜ਼ਿਆਦਾ ਗਈ, ਠੀਕ ਹੈ, ਅਗਰ ਕਿਸੇ ਆਵਾਜ਼ ਦਾ ਜੋ ਉੱਚਾਪਨ ਹੈ ਉਹ 80 ਡੈਸੀਬਲ ਤੋਂ ਜ਼ਿਆਦਾ ਗਾ, ਇਹਦਾ ਮਤਲਬ ਉਹ ਸਾਡੇ ਲਈ ਹਾਰਮਫੁਲ ਹੋ ਸਕਦਾ ਹੈ, ਸਾਡੇ ਲਈ ਹਾਨੀਕਾਰਕ ਹੋ ਸਕਦਾ ਹੈ, ਠੀਕ ਹੈ, ਸਾਡੇ ਈਅਰਸ ਦੇ ਲਈ ਸਪੈਸ਼ਲੀ। ਸੋ ਇਹ ਵੀ ਤੁਸੀਂ ਨੋਟ ਕਰ ਲੈਣੀ ਹੈ ਕਿ ਕਿੱਥੋਂ ਤੱਕ ਲਿਮਿਟ ਹੁੰਦੀ ਹੈ ਸਹੀ ਸਹੀ। ਇਸ ਤੋਂ ਬਾਅਦ ਸੈਕੰਡ ਤੇ ਆਪਾਂ ਗੱਲ ਆ ਜਾਂਦੇ ਪਿਚ ਦੀ ਗੱਲ ਕਰਾਂਗੇ। ਸੋ ਪਿਚ ਜਿਹੜਾ ਹੈਗਾ ਉਹ ਧੁਨੀ ਦੇ ਤਿੱਖੇਪਨ ਨਾਲ ਰਿਲੇਟਡ ਹੈ ਹਨਾ। ਜਿਵੇਂ ਨਾਰਮਲੀ ਅਸੀਂ ਦੇਖਦੇ ਹਾਂ ਕਿ ਜੋ ਗਰਲਸ ਹੁੰਦੀ ਹੈ ਉਹਨਾਂ ਦੀ ਆਵਾਜ਼ ਜ਼ਿਆਦਾ ਤਿੱਖੀ ਹੁੰਦੀ ਹੈ, ਜਦ ਕਿ ਜੋ ਬॉयਜ਼ ਹੁੰਦੇ ਨੇ ਉਹਨਾਂ ਦੀ ਜੋ ਆਵਾਜ਼ ਹੈ ਜੀ ਉਹ ਭਾਰੀ ਹੁੰਦੀ ਹੈ। ਸੋ ਆਵਾਜ਼ ਦਾ ਤਿੱਖਾਪਨ ਜਿੰਨਾ ਜ਼ਿਆਦਾ ਹੋਏਗਾ, ਉਸ ਆਵਾਜ਼ ਦੀ ਜੋ ਪਿਚ ਹੈ ਹਨਾ, ਉਹ ਉਨੀ ਹੀ ਜ਼ਿਆਦਾ ਹੋਊਗੀ। ਜਿਸ ਤਰੀਕੇ ਨਾਲ ਲਾਊਡਨੈਸ ਦਾ ਸੰਬੰਧ ਸੀਗਾ ਆਵਾਜ਼ ਦੇ ਉੱਚੇਪਨ ਨਾਲ, ਉਸੇ ਤਰੀਕੇ ਨਾਲ ਜੋ ਪਿਚ ਹੈ ਜੀ ਉਹਦਾ ਸੰਬੰਧ ਹੈ ਧੁਨੀ ਦੇ ਤਿੱਖੇਪਨ ਨਾਲ। ਸੋ ਇਹ ਫਰਦਰ ਕਾਦੇ ਨਾਲ ਰਿਲੇਟ ਕਰਦੀ ਹੈ? ਆਵਿਰਤੀ ਦੇ ਨਾਲ, ਫ੍ਰੀਕੁਐਂਸੀ ਦੇ ਨਾਲ। ਸੋ ਫ੍ਰੀਕੁਐਂਸੀ ਦੇ ਵਧਣ ਦੇ ਨਾਲ ਧੁਨੀ ਦਾ ਜੋ ਤਿੱਖਾਪਨ ਹੈ ਜੀ ਉਹ ਵੀ ਵੱਧਦਾ ਹੈਗਾ, ਠੀਕ ਹੈ। ਜਿਸ ਤਰੀਕੇ ਨਾਲ ਲਾਊਡਨੈਸ ਜਿਹੜੀ ਹੈਗੀ ਸੀ ਉਹ ਰਿਲੇਟ ਕਰਦੀ ਸੀ ਐਂਪਲੀਟਿਊਡ ਨਾਲ, ਉਸੇ ਤਰੀਕੇ ਨਾਲ ਪਿਚ ਰਿਲੇਟ ਕਰਦੀ ਹੈ ਫ੍ਰੀਕੁਐਂਸੀ ਦੇ ਨਾਲ। ਸੋ ਧੁਨੀ ਦਾ ਤਿੱਖਾਪਨ ਜਾਂ ਧੁਨੀ ਦੀ ਪਿਚ ਵਧੂਗੀ ਜੇਕਰ ਫ੍ਰੀਕੁਐਂਸੀ ਵਧੀ ਤਾਂ। ਫ੍ਰੀਕੁਐਂਸੀ ਕਿਵੇਂ ਕੱਢਦੇ ਹੋ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਠੀਕ ਹੈ। ਇਸ ਤੋਂ ਬਾਅਦ ਲਾਸਟ ਆ ਜਾਂਦਾ ਜੀ ਟਿੰਬਰ। ਇਹਨੂੰ ਤਾਂ ਬਸ ਸੁਣ ਕੇ ਰੱਖ ਲਓ, ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਇਹ। ਸੋ ਟਿੰਬਰ ਦਾ ਮਤਲਬ ਇੱਕ ਇਦਾਂ ਦਾ ਗੁਣ ਹੈ ਜੀ ਜਿਸ ਦੇ ਨਾਲ ਮੰਨ ਲਓ ਦੋ ਧੁਨੀਆਂ ਨੇ, ਦੋ ਆਵਾਜ਼ਾਂ ਨੇ, ਉਹਨਾਂ ਦੀ ਪ੍ਰਬਲਤਾ ਵੀ ਇੱਕੋ ਜੀ ਹੈ, ਠੀਕ ਹੈ। ਮਿਊਜ਼ਿਕ ਖੇਤਰ ਦੇ ਵਿੱਚ ਇਹਦੀ ਲੋੜ ਪੈਂਦੀ ਹੈ, ਉਹਨਾਂ ਦੀ ਪਿਚ ਵੀ ਇੱਕੋ ਜੀ ਹੈ, ਪ੍ਰਬਲਤਾ ਵੀ ਸੇਮ ਹੈ ਦੋ ਧੁਨੀਆਂ ਦੀ, ਉਹਨਾਂ ਦੀ ਪਿਚ ਵੀ ਸੇਮ ਹੈ। ਉਹਨਾਂ ਦੇ ਵਿੱਚ ਅਸੀਂ ਅਗਰ ਅੰਤਰ ਪਤਾ ਕਰਨਾ ਗਾ ਤਾਂ ਉਹ ਟਿੰਬਰ ਵਗੈਰਾ ਦੀ ਮਦਦ ਦੇ ਨਾਲ ਅਸੀਂ ਅੰਤਰ ਜਿਹੜਾ ਹੈਗਾ ਉਹ ਫਾਈਂਡ ਆਊਟ ਕਰ ਸਕਦੇ ਹਾਂ। ਸੋ ਮੇਨ ਤਾਂ ਪਹਿਲੇ ਦੋ ਹੀ ਨੇ ਜ਼ਿਆਦਾ ਇੰਪੋਰਟੈਂਟ। ਤਾਂ ਪਹਿਲਾ ਹੈਗਾ ਲਾਊਡਨੈਸ, ਯਾਦ ਰੱਖਿਓ ਧੁਨੀ ਦੇ ਉੱਚੇਪਨ ਨੂੰ ਜਿਹੜਾ ਹੈਗਾ ਧੁਨੀ ਦੀ ਪ੍ਰਬਲਤਾ ਕਿਹਾ ਜਾਂਦਾ ਹੈ, ਤੇ ਧੁਨੀ ਦੇ ਤਿੱਖੇਪਨ ਨੂੰ ਦੀ ਪਿਚ ਕਿਹਾ ਜਾਂਦਾ ਹੈ। ਪਿਚ ਜਿਹੜੀ ਹੈਗੀ ਆ ਫ੍ਰੀਕੁਐਂਸੀ ਦੇ ਵਧਣ ਨਾਲ ਵੱਧਦੀ ਹੈ, ਜਦ ਕਿ ਜੋ ਪ੍ਰਬਲਤਾ ਹੈਗੀ ਉਹ ਆਯਾਮ ਦੇ ਵਧਣ ਨਾਲ ਵੱਧਦੀ ਹੈ, ਠੀਕ ਹੈ। ਬੇਸਿਕ ਦੀਆਂ ਗੱਲਾਂ ਨੇ। ਉਸ ਤੋਂ ਬਾਅਦ ਜੋ ਵੀ ਨੋਇਸ ਹੈ ਹਨਾ, ਜੋ ਆਵਾਜ਼ ਹੈ ਉਹਨੂੰ ਪਿੱਛੇ ਮਾਪਣ ਦੀ ਇਕਾਈ ਕੀ ਆ ਗਈ, ਠੀਕ ਹੈ, ਉਹ ਹੈਗੀ ਹੈ ਜੀ ਡੈਸੀਬਲ, ਡੀਬੀ ਆ ਗਈ। ਸੋ ਸਭ ਦੀ ਮੈਂ ਤੁਹਾਨੂੰ ਡੈਸੀਬਲ ਦੇ ਵਿੱਚ ਬੋਲਤਾ ਕਿ ਅਗਰ ਕਿਸੇ ਧੁਨੀ ਦੀ ਜੋ ਲਾਊਡਨੈਸ ਹੈ ਉਹ 80 ਡੈਸੀਬਲ ਤੋਂ ਜ਼ਿਆਦਾ ਹੋ ਜੇ, ਠੀਕ ਹੈ, ਜਿਵੇਂ ਟ੍ਰੇਨਸ ਅਗਰ ਫਾਸਟ ਮੂਵ ਚੱਲਦੀ ਪਈ ਹੈ, ਸਾਡੇ ਕੋਲੋਂ ਲੰਘਦੀ ਪਈ ਹੈ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹ 80 ਡੈਸੀਬਲ ਤੋਂ ਜ਼ਿਆਦਾ ਹੋਊਗੀ, ਠੀਕ ਹੈ। ਉੱਪਰੋਂ ਅਗਰ ਜਹਾਜ਼ ਵਗੈਰਾ ਬਿਲਕੁਲ ਨਜ਼ਦੀਕ ਤੋਂ ਆਪਣੇ ਲੰਘਦਾ ਪਿਆ, ਸੋ ਉਹਦੀ ਧੁਨੀ ਵੀ 80 ਡੈਸੀਬਲ ਤੋਂ ਜ਼ਿਆਦਾ ਹੋਊਗੀ। ਸੋ 80 ਡੈਸੀਬਲ ਤੋਂ ਜ਼ਿਆਦਾ ਵਾਲੀਆਂ ਧੁਨੀਆਂ ਜਿਹੜੀਆਂ ਹੈਗੀਆਂ ਨੇ ਉਹ ਸਾਡੇ ਈਅਰ ਤੇ ਬੈਡ ਇਫੈਕਟ ਪਾ ਸਕਦੀਆਂ ਨੇ, ਸਾਡੇ ਕੰਨਾਂ ਵਗੈਰਾ ਲਈ ਉਹ ਹਾਨੀਕਾਰਕ ਹੈਗੀਆਂ ਨੇ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਿਆ ਸੰਗੀਤ ਤੇ ਸ਼ੋਰ 'ਚ ਕੀ ਫਰਕ ਹੈ ਜੀ, ਠੀਕ ਹੈ। ਜੋ ਧੁਨੀ ਮਨ ਨੂੰ ਚੰਗੀ ਲੱਗੇ ਉਹ ਸੰਗੀਤ ਹੈ, ਜੋ ਮਨ ਨੂੰ ਭੈੜੀ ਲੱਗੇ, ਸਹੀ ਚੰਗੀ ਨਾ ਲੱਗੇ, ਉਹ ਸ਼ੋਰ ਹੈ, ਠੀਕ ਹੈ। ਸ਼ੋਰ ਨਾਲ ਬਹੁਤ ਸਾਰੀਆਂ ਦਿੱਕਤਾਂ ਆ ਸਕਦੀਆਂ, ਬਹੁਤ ਸਾਰੀਆਂ ਪ੍ਰੋਬਲਮਸ ਆ ਸਕਦੀਆਂ, ਜਿਨ੍ਹਾਂ ਬਾਰੇ ਆਪਾਂ ਡਿਸਕਸ ਕੀਤਾ ਹੋਇਆ। ਹਾਂਜੀ, ਕੁਐਸਚਨ ਦੇਖ ਲੈਣੇ ਕੁਝ। ਦ ਫਰਸਟ ਕੁਐਸਚਨ ਇਜ਼ ਦ ਐਂਪਲੀਟਿਊਡ ਆਫ ਦ ਸਾਊਂਡ ਡਿਸਾਈਡ ਇਟਸ। ਕਹਿੰਦੇ ਧੁਨੀ ਦੀ ਡੈਸ਼ ਉਸਦੇ ਆਯਾਮ ਤੇ ਨਿਰਭਰ ਕਰਦੀ ਹੈ। ਉਹੀ ਗੱਲ ਆ ਗਈ ਨਾ ਕਿ ਜਿਵੇਂ ਆਪਾਂ ਹੁਣ ਡਿਸਕਸ ਕੀਤਾ ਹੋਇਆ ਕਿ ਧੁਨੀ ਦੀ ਕਿਹੜੀ ਚੀਜ਼ ਹੈ ਜੀ ਜੋ ਐਂਪਲੀਟਿਊਡ ਤੇ, ਆਯਾਮ ਤੇ ਡਿਪੈਂਡ ਕਰਦੀ ਹੈ। ਸੋ ਪਹਿਲੀ ਆਪਸ਼ਨ ਹੈ ਸਪੀਡ। ਸੋ ਸਪੀਡ ਤਾਂ ਇਹਦੇ ਨਾਲ ਰਿਲੇਟਡ ਹੀ ਨਹੀਂ ਹੈਗਾ।
ਸੋਰਸ ਵੀ ਰਿਲੇਟਡ ਨਹੀਂ ਆਪਾਂ ਪੜ੍ਹਿਆ, ਪਿਚ ਤੇ ਲਾਊਡਨੈਸ ਆਪਾਂ ਪੜ੍ਹੇ ਨੇ। ਸੋ ਪਿਚ ਜਿਹੜੀ ਹੈਗੀ ਉਹ ਐਂਪਲੀਟਿਊਡ ਨਾਲ ਨਹੀਂ, ਉਹ ਫ੍ਰੀਕੁਐਂਸੀ ਨਾਲ ਰਿਲੇਟਡ ਹੈ, ਸੋ ਪਿਚ ਵੀ ਨਹੀਂ ਆਊਗੀ। ਸੋ ਦਾ ਰਾਈਟ ਆਂਸਰ ਇਜ਼ ਪ੍ਰਬਲਤਾ। ਧੁਨੀ ਦਾ ਉੱਚਾਪਨ, ਧੁਨੀ ਦੀ ਲਾਊਡਨੈਸ ਕਾਤੇ ਡਿਪੈਂਡ ਕਰਦੀ ਹੈ? ਐਂਪਲੀਟਿਊਡ ਤੇ ਜਾਂ ਕਹ ਲਓ ਆਯਾਮ ਤੇ। ਸੋ ਆਪਸ਼ਨ 2 ਆਪਣਾ ਸਹੀ ਆਂਸਰ ਆਏਗਾ ਕੁਐਸਚਨ ਨੰਬਰ 1 ਦੇ ਲਈ। ਹਾਂਜੀ, ਨੈਕਸਟ ਆਪਾਂ ਕੁਝ ਹੋਰ ਇੰਪੋਰਟੈਂਟ ਪੁਆਇੰਟ ਜਿਹੜੇ ਹੈਗੇ ਨੇ ਸਾਊਂਡ ਨਾਲ ਰਿਲੇਟਡ ਉਹ ਕਵਰ ਕਰਦੇ ਹਾਂ। ਸੋ ਦਾ ਫਰਸਟ ਵਨ ਇਜ਼, ਕਿਉਂਕਿ ਹੁਣ ਮੈਂ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਊਂਗਾ ਜੀ, ਕਿਉਂਕਿ ਇੱਕ ਇਦਾਂ ਦਾ ਚੈਪਟਰ ਹੈ ਨਾ ਜਿਸ ਦੇ ਵਿੱਚ ਡਿਟੇਲ ਬਹੁਤ ਜ਼ਿਆਦਾ ਹੈਗੀ। ਤੁਸੀਂ ਜਿੰਨਾ ਮਰਜ਼ੀ ਚੈਪਟਰ ਦੇ ਅੱਗੇ ਤੱਕ ਅੱਗੇ ਚਲੀ ਜਾਓ, ਅਗਰ ਸਮਝਾਉਣ ਵਾਲੇ ਪੱਖ ਤੋਂ ਆਪਾਂ ਆ ਜਾਈਏ, ਕਿਉਂਕਿ ਸਾਡਾ ਇੱਕ ਟਾਰਗੇਟ ਹੈ ਅਸੀਂ ਪੇਪਰ ਵੀ ਕਲੀਅਰ ਕਰਨਾ, ਠੀਕ ਹੈ, ਅਸੀਂ ਉਹਦੇ ਵਿੱਚ MCQ ਸੋਲਵ ਕਰਨੇ ਨੇ। ਸੋ ਮੈਂ ਤਾਂ ਕਰਕੇ ਮੈਂ ਉਨਾ ਕੀ ਰੱਖੂੰਗਾ, ਇਸ ਤੋਂ ਬਾਅਦ ਮੈਂ ਜ਼ਿਆਦਾ ਡਿਟੇਲ 'ਚ ਜਾਣ ਦੀ ਕੋਸ਼ਿਸ਼ ਨਹੀਂ ਕਰੂੰਗਾ। ਮੈਨੂੰ ਲੱਗਦਾ ਹਾਲਾਂਕਿ ਮੈਂ ਪਹਿਲਾਂ ਵੀ ਥੋੜਾ ਡਿਟੇਲ ਚਲਾ ਗਿਆ, ਇੰਨੀ ਜ਼ਿਆਦਾ ਲੋੜ ਨਹੀਂ ਸੀ। ਸੋ ਹੁਣ ਆਪਾਂ ਟੂ ਦਾ ਪੁਆਇੰਟ ਹੀ ਗੱਲ ਕਰਾਂਗੇ। ਸੋ ਫਰਸਟ ਪੁਆਇੰਟ ਇਜ਼ ਸਾਊਂਡ ਕੈਨ ਟਰੈਵਲ ਥਰੂ ਸੋਲਿਡ, ਲਿਕੁਇਡ ਐਂਡ ਗੈਸਸ। ਕਹਿੰਦੇ ਜੋ ਧੁਨੀ ਹੈ, ਆਵਾਜ਼ ਹੈ, ਠੋਸ, ਤਰਲ ਅਤੇ ਗੈਸਾਂ ਰਾਹੀਂ ਲੰਘ ਸਕਦੀ ਹੈ। ਦੇਖੋ ਬੜਾ ਇੰਪੋਰਟੈਂਟ ਹੈ, IMP ਹੈ। ਇੰਪੋਰਟੈਂਟ ਕਿਵੇਂ ਹੈ? ਤੁਹਾਨੂੰ ਪੁੱਛਦੇ ਨੇ ਕਿ ਧੁਨੀ ਕਿਹਦੇ ਵਿੱਚੋਂ ਲੰਘ ਸਕਦੀ ਹੈ, ਆਪਸ਼ਨ ਦੇ ਦੇਣਗੇ ਠੋਸ, ਤਰਲ, ਗੈਸ ਜਾਂ ਸਾਰੇ, ਹਨਾ, ਇਸ ਤਰੀਕੇ ਦੇ ਆਪਸ਼ਨ ਦਿੰਦੇ ਨੇ ਉਹ ਪੇਪਰ ਦੇ ਵਿੱਚ। ਤਾਂ ਬਹੁਤੇ ਸਾਨੂੰ ਇਹ ਲੱਗਦਾ ਕਿ ਧੁਨੀ ਤਾਂ ਹਵਾ ਦੇ ਰਾਹੀਂ ਲੰਘਦੀ ਹੈ, ਹਨਾ, ਕਿ ਜਿਵੇਂ ਤੁਸੀਂ ਬੈਠੇ ਹੋ, ਤੁਹਾਡੇ ਸਾਹਮਣੇ ਤੁਹਾਡੇ ਸਟੂਡੈਂਟ ਬੈਠੇ ਨੇ, ਤਾਂ ਤੁਸੀਂ ਪੜ੍ਹਾ ਰਹੇ ਹੋ, ਤਾਂ ਆਲੇ ਦੁਆਲੇ ਏਅਰ ਹੈ, ਹਵਾ ਗਈ, ਗੈਸਾਂ ਨੇ, ਮਤਲਬ ਤਾਂ ਧੁਨੀ ਉਹਨਾਂ ਦੇ ਰਾਹੀਂ ਲੰਘਦੀ ਹੈ। ਵੀ ਪਾਣੀ ਦੇ ਵਿੱਚੋਂ ਨਹੀਂ ਲੰਘ ਸਕਦੀ ਹੈ, ਠੋਸ ਦੇ ਵਿੱਚੋਂ ਨਹੀਂ ਲੰਘ ਸਕਦੀ, ਹਨਾ। ਪਰ ਜੋ ਧੁਨੀ ਹੈ ਜੀ ਉਹ ਸਾਰਿਆਂ ਦੇ ਵਿੱਚ ਹੀ ਲੰਘ ਸਕਦੀ ਹੈ। ਪੁਆਇੰਟ ਟੂ ਬੀ ਰਿਮੈਂਬਰ, ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਧੁਨੀ ਠੋਸ, ਤਰਲ ਜਾਂ ਗੈਸਾਂ ਰਾਹੀਂ ਸੰਚਾਰ ਕਰ ਸਕਦੀ ਹੈ। ਤੁਸੀਂ ਸ਼ਾਇਦ ਉਹ ਕਈ ਵਾਰ ਇੱਕ ਵਾਇਰ ਲੈ ਕੇ, ਹਨਾ, ਇੱਕ ਸਟੂਡੈਂਟ ਇੱਧਰ ਖੜ ਗਿਆ, ਇੱਕ ਇੱਧਰ ਖੜ ਗਿਆ, ਤਾਂ ਆਪਸ 'ਚ ਬੋਲਦੇ ਨੇ ਜਦੋਂ ਇੱਕ ਦੂਸਰੇ ਦੇ ਨਾਲ, ਤਾਂ ਉਹਨਾਂ ਨੂੰ ਜੋ ਇੱਕ ਦੂਸਰੇ ਦੀ ਗੱਲ ਸੁਣਦੀ ਹੈ, ਇਹਦਾ ਮਤਲਬ ਉਹ ਵਾਇਰ ਦੇ ਵਿੱਚੋਂ, ਵਾਇਰ ਕੀ ਹੈ ਜੀ, ਠੋਸ ਹੈ, ਉਹਦੇ ਵਿੱਚੋਂ ਵੀ ਆਵਾਜ਼ ਜਿਹੜੀ ਹੈਗੀ ਉਹ ਲੰਘ ਰਹੀ ਹੈ। ਸੋ ਬਹੁਤ ਸਾਰੀਆਂ ਐਕਟੀਵਿਟੀ ਨੇ, ਮੈਂ ਪਹਿਲਾਂ ਹੀ ਕਹਿ ਕੇ ਹਟਿਆ, ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਊਂਗਾ, ਬਟ ਮੈਂ ਫਿਰ ਵੀ ਥੋੜਾ ਦੱਸ ਰਿਹਾਗਾ। ਸੋ ਤਿੰਨਾਂ ਦੇ ਵਿੱਚ ਹੀ ਲੰਘੂਗੀ। ਹੁਣ ਫਾਸਟ ਕਿਹਦੇ ਵਿੱਚੋਂ ਲੰਘੂਗੀ? ਤਾਂ ਉਹਦੇ ਲਈ ਨੋਟ ਕਰ ਲਿਓ ਜੀ ਕਿ ਜੋ ਧੁਨੀ ਹੈ ਨਾ, ਜੋ ਠੋਸ ਨੇ ਜਾਂ ਕਹ ਲਓ ਸੋਲਿਡ ਨੇ, ਉਹਨਾਂ ਦੇ ਵਿੱਚੋਂ ਫਾਸਟ ਮੂਵ ਕਰਦੀ ਹੈ ਜੀ, ਸਪੀਡ ਉਹਨਾਂ ਦੀ ਵੱਧ ਹੁੰਦੀ ਹੈ ਧੁਨੀ ਦੀ। ਸੋਲਿਡ ਦੇ ਵਿੱਚੋਂ ਜੋ ਆਵਾਜ਼ ਹੈ ਉਹ ਸਭ ਤੋਂ ਜ਼ਿਆਦਾ ਫਾਸਟ ਮੂਵ ਕਰਦੀ ਹੈ ਐਸ ਕੰਪੇਅਰ ਟੂ ਲਿਕੁਇਡ ਐਂਡ ਗੈਸਸ। ਇਹ ਵੀ ਸ਼ਾਇਦ ਤੁਹਾਨੂੰ ਐ ਲੱਗ ਰਿਹਾ ਹੋਵੇ ਵੀ ਗੈਸਾਂ ਚੋਂ ਵੱਧ ਕਰੂਗੀ, ਕਿਉਂਕਿ ਖਾਲੀ ਹੈ ਥਾਂ, ਤਾਂ ਧੁਨੀ ਜ਼ਿਆਦਾ ਸਪੀਡ ਨਾਲ ਮੂਵ ਕਰੂਗੀ, ਪਰ ਇਦਾਂ ਨਹੀਂ ਹੁੰਦਾ। ਸੋਲਿਡ ਦੇ ਵਿੱਚੋਂ ਇਹਦੀ ਧੁਨੀ ਦੀ ਜੋ ਆਵਾਜ਼ ਦੀ ਜੋ ਸਾਊਂਡ ਦੀ ਸਪੀਡ ਹੈ ਜੀ ਉਹ ਜ਼ਿਆਦਾ ਹੁੰਦੀ ਹੈ, ਵੀ ਯਾਦ ਰੱਖਿਓ, ਐਸ ਕੰਪੇਅਰ ਟੂ ਤਰਲ ਐਂਡ ਗੈਸ। ਠੀਕ ਹੈ, ਹੁਣ ਕਿਉਂ ਹੁੰਦੀ ਹੈ? ਉਹਦੇ ਵਿੱਚ ਪਾਰਟੀਕਲ ਨੇੜੇ ਨੇੜੇ ਹੁੰਦੇ ਨੇ, ਠੀਕ ਹੈ, ਜਿੰਨੇ ਪਾਰਟੀਕਲ, ਜਿਹੜੇ ਕੋਈ ਵੀ ਚੀਜ਼ ਹੈ ਉਹ ਪਾਰਟੀਕਲ ਤੋਂ ਮਿਲ ਕੇ ਬਣਦੀ ਹੈ, ਜਿੰਨੇ ਉਹ ਜ਼ਿਆਦਾ ਨੇੜੇ ਹੋਣਗੇ, ਠੀਕ ਹੈ, ਉਨੀਆਂ ਵਾਈਬ੍ਰੇਸ਼ਨ ਜ਼ਿਆਦਾ ਹੋਣਗੀਆਂ, ਮਤਲਬ ਉਹਨਾਂ ਆਵਾਜ਼ ਟ੍ਰਾਂਸਫਰ ਜ਼ਿਆਦਾ ਹੋ। ਸੋ ਫਿਰ ਉਹੀ ਡਿਟੇਲ ਆ ਗਈ, ਸੋ ਇੰਨੀ ਚ ਆਪਾਂ ਨਹੀਂ ਜਾਵਾਂਗੇ। ਸੋ 2 ਪੁਆਇੰਟ ਇੱਥੋਂ ਮੈਂ ਤੁਹਾਨੂੰ ਨੋਟ ਕਰਵਾਤੇ। ਪਹਿਲਾ ਪੁਆਇੰਟ ਇਹ ਹੈ ਕਿ ਧੁਨੀ ਠੋਸ, ਤਰਲ ਅਤੇ ਗੈਸ ਤਿੰਨਾਂ ਦੇ ਵਿੱਚੋਂ ਲੰਘਦੀ ਹੈ ਜੀ, ਤਿੰਨਾਂ ਦੇ ਵਿੱਚੋਂ ਲੰਘ ਸਕਦੀ ਹੈ। ਹਾਂ, ਉਹ ਵੱਖਰੀ ਗੱਲ ਹੈ ਕਿ ਧੁਨੀ ਦੀ ਜੋ ਸਪੀਡ ਹੈ, ਜੋ ਗਤੀ ਹੈ ਲੰਘਣ ਦੀ, ਉਹ ਠੋਸ ਦੇ ਵਿੱਚੋਂ ਜ਼ਿਆਦਾ ਹੋਊਗੀ, ਉਸ ਤੋਂ ਥੋੜੀ ਘੱਟ ਹੋਊਗੀ ਤਰਲ ਦੇ ਵਿੱਚੋਂ, ਐਂਡ ਗੈਸਾਂ ਦੇ ਵਿੱਚੋਂ ਸਭ ਤੋਂ ਹੌਲੀ ਹੋਊਗੀ। ਠੀਕ ਹੈ, ਤੁਸੀਂ ਯਾਦ ਰੱਖਣਾ। ਇਸ ਤੋਂ ਬਾਅਦ ਪੁਆਇੰਟ ਨੰਬਰ ਸੈਕਿੰਡ, ਥਰਡ ਆ ਗਿਆ, 2 ਮੈਂ ਉੱਪਰ ਦੱਸਤਾ, ਤਾਂ ਹੁਣ ਪੁਆਇੰਟ ਨੰਬਰ ਥਰਡ, ਕਿ ਜੋ ਆਪਣਾ ਹਿਊਮਨ ਈਅਰ ਹੈ, ਮਨੁੱਖੀ ਕੰਨ ਹੈ, ਉਹਦੀ ਆਡੀਬਲ ਰੇਂਜ ਕਿੰਨੀ ਹੈ, ਵੀ ਆਪਾਂ ਕਿੰਨੀ ਫ੍ਰੀਕੁਐਂਸੀ ਜਾਂ ਕਿੰਨੀ ਆਵਿਰਤੀ ਵਾਲੀਆਂ ਧੁਨੀਆਂ ਸੁਣ ਸਕਦੇ ਹਾਂ। ਠੀਕ ਹੈ, ਕਿਉਂਕਿ ਪਿੱਛੇ HZ ਲਿਖਿਆ ਹੋਇਆਗਾ, ਠੀਕ ਹੈ, ਇਹ ਕਿ ਫ੍ਰੀਕੁਐਂਸੀ ਨਾਲ ਰਿਲੇਟਡ ਹੈ। ਸੋ ਆਪਾਂ ਕਿੰਨੀ ਕੀ ਰੇਂਜ ਹੈ ਆਪਣੇ ਕੰਨ ਦੀ, ਵੀ ਆਪਣਾ ਕੰਨ ਕਿੱਥੋਂ ਤੱਕ ਦੀਆਂ ਆਵਾਜ਼ਾਂ ਸੁਣ ਸਕਦਾ ਹੈ? ਤਾਂ ਉਹ ਜਿਨ੍ਹਾਂ ਦੀ ਫ੍ਰੀਕੁਐਂਸੀ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ ਹੁੰਦੀ ਹੈ, ਆਪਣਾ ਕੰਨ ਇਹ ਵਾਲੀਆਂ ਧੁਨੀਆਂ ਸੁਣ ਸਕਦਾ ਹੈਗਾ, ਕਿਉਂਕਿ ਸਾਊਂਡ ਦੀ ਫ੍ਰੀਕੁਐਂਸੀ ਹੁੰਦੀ ਹੈ। ਸੋ 20 ਤੋਂ ਲੈ ਕੇ 20,000 ਤੱਕ, ਇਹ ਯਾਦ ਰੱਖਣਾ, ਬੜਾ ਇੰਪੋਰਟੈਂਟ ਡਾਟਾ ਹੈ ਵੀ। ਅੱਛਾ, ਹੁਣ ਇਨਫਰਾਸੋਨਿਕ ਆ ਗਈਆਂ, ਇੱਕ ਅਲਟਰਾਸੋਨਿਕ ਆ ਗਈਆਂ ਜੀ। ਇਨਫਰਾਸੋਨਿਕ ਦੀ ਗੱਲ ਕਰਾਂਗੇ, ਇਹਨਾਂ ਨੂੰ ਨੀਮ ਧੁਨੀਆਂ ਬੋਲਦੇ ਨੇ, ਜਿਨ੍ਹਾਂ ਦੀ ਫ੍ਰੀਕੁਐਂਸੀ ਜਾਂ ਕਹ ਲਓ ਜਿਨ੍ਹਾਂ ਦੀ ਆਵਿਰਤੀ, ਠੀਕ ਹੈ, ਘੱਟ ਹੈ ਕਿੰਨੇ ਤੋਂ? ਜਿਨ੍ਹਾਂ ਦੀ ਆਵਿਰਤੀ 20 Hz ਤੋਂ ਘੱਟ ਹੈ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਇਨਫਰਾਸੋਨਿਕ ਜਾਂ ਕਹ ਲਓ ਨੀਮ ਧੁਨੀਆਂ। ਆਪਣੇ ਕੰਨ ਨਹੀਂ ਇਹ ਸੁਣ ਸਕਦੇ, ਕਿਉਂਕਿ ਇਹ 20,000 ਹਰਟਜ਼, ਇਹ 20 ਇਕੱਲੇ 20 ਨੇ, 20,000 ਨਹੀਂ ਹੈਗੇ, ਕਿਉਂਕਿ ਇਹ 20 ਹਰਟਜ਼ ਤੋਂ ਘੱਟ ਨੇ, ਤਾਂ ਕਰਕੇ ਇਹ ਧੁਨੀਆਂ ਆਪਣੇ ਕੰਨ ਨਹੀਂ ਸੁਣ ਸਕਦੇ। ਬਟ ਇਹਨਾਂ ਨੂੰ ਅਸੀਂ ਕਿਹੜੀਆਂ ਧੁਨੀਆਂ ਬੋਲਦੇ ਹਾਂ ਜੀ? ਨੀਮ ਧੁਨੀਆਂ ਬੋਲਦੇ ਹਾਂ। ਨਾਰਮਲੀ ਐਲੀਫੈਂਟ ਇਹਨਾਂ ਦੀ ਵਰਤੋਂ ਕਰਕੇ ਇੱਕ ਦੂਸਰੇ ਨਾਲ ਕਮਿਊਨੀਕੇਟ ਕਰਦੇ ਨੇ। ਸੋ ਇਸ ਤੋਂ ਬਾਅਦ ਅਲਟਰਾਸੋਨਿਕ ਪਰਾ ਧੁਨੀਆਂ, ਇਹਨਾਂ ਦੀ ਜੋ ਫ੍ਰੀਕੁਐਂਸੀ ਹੈ ਜੀ ਉਹ 20,000 ਤੋਂ ਜ਼ਿਆਦਾ ਹੁੰਦੀ ਹੈ, ਹਨਾ। ਜੋ ਆਵਿਰਤੀ ਹੈ ਉਹ ਕਿੰਨੇ ਹਰਟਜ਼ ਤੋਂ ਜ਼ਿਆਦਾ ਹੁੰਦੀ ਹੈ? 20,000 ਹਰਟਜ਼ ਤੋਂ ਵੱਧ ਜਿਨ੍ਹਾਂ ਦੀ ਫ੍ਰੀਕੁਐਂਸੀ ਹੋਏਗੀ, ਜਿਹੜੀਆਂ ਆਵਾਜ਼ਾਂ ਦੀ ਫ੍ਰੀਕੁਐਂਸੀ ਹੋਏਗੀ, ਉਹਨਾਂ ਨੂੰ ਅਸੀਂ ਬੋਲਦੇ ਹਾਂ ਅਲਟਰਾਸੋਨਿਕਸ ਜਾਂ ਕਹ ਲਓ ਪਰਾ ਧੁਨੀਆਂ। ਜਿਵੇਂ ਅਗਰ ਆਪਾਂ ਡੌਗ ਦੀ ਗੱਲ ਕਰੀਏ ਜਾਂ ਕੈਟ ਦੀ ਗੱਲ ਕਰੀਏ,
ਜਿਵੇਂ ਮੈਂ 2 ਐਗਜ਼ਾਮਪਲ ਲਈਆਂ ਨੇ, ਠੀਕ ਹੈ। ਇਹਨਾਂ ਦੀ ਹੀਅਰਿੰਗ ਕੈਪੈਸਿਟੀ ਆਪਾਂ ਬੋਲ ਸਕਦੇ ਹਾਂ ਹਿਊਮਨ ਤੋਂ ਥੋੜੀ ਵਧੀਆ ਆਪਾਂ ਕਹਿ ਸਕਦੇ ਹਾਂ, ਕਿਉਂਕਿ ਜੋ ਡੌਗ ਹੈ ਜੀ ਨਾਰਮਲੀ ਇੱਕ ਵੱਖ-ਵੱਖ ਡਾਟਾ ਵੱਖ-ਵੱਖ ਬੁੱਕਸ ਦੇ ਵਿੱਚ ਦਿੱਤਾ ਹੁੰਦਾ ਹੈਗਾ। ਸੋ ਜੋ ਡੌਗ ਹੈ ਜੋ ਉਹਦੇ ਕੰਨ ਨੇ ਉਹ 50,000 ਹਰਟਜ਼ ਤੱਕ ਜਿਹੜਾ ਸੁਣ ਸਕਦੇ ਨੇ ਵਧੀਆ ਆਵਾਜ਼ ਨੂੰ। ਜਿਵੇਂ ਮਨੁੱਖੀ ਕੰਨ ਤਾਂ 20,000 ਹਰਟਜ਼ ਤੱਕ ਹੀ ਸੁਣ ਸਕਦੇ ਆ, ਬਟ ਡੌਗ ਦੇ ਕੰਨ 50,000 ਤੱਕ। ਇਸ ਤੋਂ ਇਲਾਵਾ ਕੈਟ ਦੇ ਜੋ ਈਅਰ ਨੇ ਉਹ 65,000 ਤੱਕ ਵੀ ਸੁਣ ਸਕਦੇ ਆ ਜੀ। ਡੌਗ ਦੇ ਅਗਰ 50 ਨੇ ਤਾਂ ਕੈਟ ਦੇ 65,000 ਤੱਕ ਸੁਣ ਸਕਦੇ ਨੇ। ਮਤਲਬ ਇਹ ਮਤਲਬ ਕੁਝ ਜੋ ਅਲਟਰਾਸੋਨਿਕ ਨੇ ਉਹਨਾਂ ਨੂੰ ਵੀ ਸੁਣ ਸਕਦੇ ਨੇ, ਮਤਲਬ ਪਰਾਧੁਨੀਆਂ ਨੂੰ ਵੀ ਸੁਣ ਸਕਦੇ ਨੇ। ਇਸ ਤੋਂ ਇਲਾਵਾ ਮੈਡੀਕਲ ਖੇਤਰ ਦੇ ਵਿੱਚ ਪਰਾਧੁਨੀਆਂ ਦੇ ਬਹੁਤ ਜ਼ਿਆਦਾ ਉਪਯੋਗ ਨੇ, ਠੀਕ ਹੈ, ਜਿਨ੍ਹਾਂ ਦੀ ਆਪਾਂ ਗੱਲ ਜਿੰਨੀ ਕਰੀਏ ਉਨੀ ਘੱਟ ਹੈ। ਜਿਵੇਂ ਕਈ ਵਾਰ ਗੁਰਦੇ 'ਚ ਪੱਥਰੀ ਹੋਵੇ ਉਹਨੂੰ ਤੋੜਨ ਦੇ ਲਈ ਡਾਕਟਰ ਜਿਹੜੇ ਹੈਗੇ ਨੇ ਉਹ ਅਲਟਰਾਸੋਨਿਕਸ ਜਾਂ ਕਹ ਲਓ ਪਰਾਧੁਨੀਆਂ ਵਗੈਰਾ ਦੀ ਵਰਤੋਂ ਕਰਦੇ ਨੇ। ਸੋ ਹੋਰ ਵੀ ਮੈਡੀਕਲ ਫੀਲਡ ਦੇ ਵਿੱਚ ਤਾਂ ਦੇਖੋ ਬਹੁਤ ਜ਼ਿਆਦਾ ਉਪਯੋਗ ਹੈ ਅਲਟਰਾਸੋਨਿਕ ਦਾ। ਸੋ ਬਹੁਤ ਸਾਰੇ ਪੁਆਇੰਟ ਮੈਂ ਤੁਹਾਨੂੰ ਇਸ ਸਲਾਈਡ ਦੇ ਵਿੱਚੋਂ ਦੱਸਤੇ। ਕਿਰਪਾ ਕਰਕੇ ਮੇਰੇ ਖਿਆਲ ਨਾਲ 6-7 ਪੁਆਇੰਟ ਹੋ ਗਏ ਹੋਣੇ, ਇਹਨਾਂ ਨੂੰ ਨੋਟ ਕਰਕੇ ਜ਼ਰੂਰ ਰੱਖ ਲਿਓ ਜੀ, ਕਿਤੇ ਨਾ ਕਿਤੇ ਬਹੁਤ ਕੰਮ ਆਉਣਗੇ ਤੁਹਾਡੇ ਫਰਦਰ। ਹਾਂਜੀ, ਕੁਐਸਚਨ ਨੰਬਰ 2 ਕਰ ਲੈਂਦੇ ਆ। ਇਨ ਵਿਚ ਆਫ ਦਾ ਫੋਲੋਇੰਗ ਸਾਊਂਡ ਟਰੈਵਲਸ ਫਾਸਟ। ਕਹਿੰਦੇ ਹੇਠ ਦਿੱਤੇ ਵਿੱਚੋਂ ਕਿਸ ਵਿੱਚ ਆਵਾਜ਼ ਸਭ ਤੋਂ ਤੇਜ਼ ਲੰਘਦੀ ਹੈ, ਆਵਾਜ਼ ਬਹੁਤ ਫਾਸਟ ਲੰਘਦੀ ਹੈ। ਤਾਂ ਦੇਖ ਲੈਂਦੇ, ਦੇਖੋ ਇੱਕ ਆਪਸ਼ਨ ਦਿੱਤਾ ਵੈਕਿਊਮ, ਖਲਾ। ਮਤਲਬ ਵੈਕਿਊਮ ਦਾ ਮਤਲਬ ਖਲਾ ਜਾਂ ਪੁਲਾੜ ਅਸੀਂ ਬੋਲ ਸਕਦੇ ਹਾਂ, ਮਤਲਬ ਜਿੱਥੇ ਹਵਾ ਹੈ ਹੀ ਨਹੀਂ, ਹੈ ਨਾ, ਕੁਝ ਵੀ ਨਹੀਂ ਹੈਗਾ ਵਿਚਾਲੇ, ਖਾਲੀ ਹੈ ਬਿਲਕੁਲ, ਹਵਾ ਤੱਕ ਵੀ ਨਹੀਂ ਹੈਗੀ। ਤਾਂ ਦੇਖੋ ਇਹਦਾ ਮਤਲਬ ਜੇ ਖਾਲੀ ਹੈ ਤਾਂ ਇਹਦਾ ਮਤਲਬ ਮੀਡੀਅਮ ਵੀ ਨਹੀਂ ਹੈਗਾ ਜੀ। ਮੀਡੀਅਮ ਨੂੰ ਮੈਂ ਕਿਹਾ ਸੀ ਮਾਧਿਅਮ ਵੀ ਨਹੀਂ ਹੈਗਾ। ਅਗਰ ਮਾਧਿਅਮ ਨਹੀਂ ਤਾਂ ਸਾਊਂਡ ਤਾਂ ਲੰਘ ਹੀ ਨਹੀਂ ਸਕਦਾ। ਸੋ ਡੀ ਆਪਸ਼ਨ ਤਾਂ ਆ ਹੀ ਨਹੀਂ ਸਕਦੀ, ਠੀਕ ਹੈ। ਇਸ ਤੋਂ ਇਲਾਵਾ ਦੇਖੋ ਇੱਕ ਸੋਲਿਡ ਹੈ, ਇੱਕ ਏਅਰ ਹੈ, ਇੱਕ ਵਾਟਰ ਹੈ। ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ, ਪਿਛਲੀ ਸਲਾਈਡ ਦੇ ਵਿੱਚ 2nd ਪੁਆਇੰਟ ਹੀ ਨੋਟ ਕਰਵਾਇਆ ਸੀ ਕਿ ਲੰਘੂਗੀ ਸਾਰਿਆਂ ਦੇ ਵਿੱਚੋਂ, ਜੋ ਸਾਊਂਡ ਹੈ ਲੰਘੂਗਾ ਸਾਰਿਆਂ ਦੇ ਵਿੱਚੋਂ, ਸੋਲਿਡ, ਏਅਰ, ਵਾਟਰ ਸਭ ਦੇ ਵਿੱਚੋਂ। ਬਟ ਉਹ ਜੋ ਫਾਸਟ ਕਾਦੇ ਵਿੱਚੋਂ ਲੰਘੂਗਾ, ਜੋ ਸੋਲਿਡ ਹੋਊਗਾ, ਜੋ ਠੋਸ ਹੋਊਗਾ। ਸੋ ਉਹਦੇ ਅਕੋਰਡਿੰਗ ਆਪਣਾ ਰਾਈਟ ਆਂਸਰ ਕੀ ਆਊਗਾ ਜੀ, ਆਪਸ਼ਨ ਏ। ਹਾਂਜੀ, ਹਿਊਮਨ ਈਅਰ, ਮਨੁੱਖੀ ਕੰਨ। ਥੋੜਾ ਜਿਹਾ ਆਪਾਂ ਦੇਖ ਲੈਂਦੇ ਹਾਂ, ਇਹਦੀ ਬਣਤਰ ਮੋਟਾ-ਮੋਟਾ ਸਮਝ ਲੈਂਦੇ ਹਾਂ ਕਿ ਕਿਸ ਤਰੀਕੇ ਦੀ ਹੁੰਦੀ ਹੈ, ਕਿਉਂਕਿ ਆਪਾਂ ਹਿਊਮਨ ਆਈ ਵੀ ਦੇਖਿਆ ਨਾ, ਤਾਂ ਅਗਰ ਉਹਦੇ ਵਿੱਚੋਂ ਕੁਐਸਚਨ ਆ ਸਕਦਾ ਤਾਂ ਇਹਦੇ ਵਿੱਚੋਂ ਵੀ ਬਣ ਸਕਦਾ। ਕਿਉਂਕਿ ਬੇਸਿਕ ਜੇ ਆਰਗਨ ਨੇ ਜਿਹੜੇ ਕਿ ਆਪਾਂ ਸਟਾਰਟਿੰਗ ਦੇ ਬੱਚਿਆਂ ਨੂੰ ਪੜਾਉਣੇ ਆ, ਹਨਾ, ਛੋਟੇ ਬੱਚਿਆਂ ਨੂੰ ਪੜਾਉਣੇ ਆ, ਆਪਾਂ ਸਾਰੀਆਂ ਚੀਜ਼ਾਂ ਬਾਰੇ ਦੱਸਦੇ ਹਾਂ ਕਿ ਆਈਜ਼ ਕੀ ਨੇ, ਈਅਰ ਕੀ ਨੇ, ਹਨਾ। ਤਾਂ ਥੋੜਾ-ਥੋੜਾ ਆਪਾਂ ਇਹਨਾਂ ਨੂੰ ਹੋਰ ਸਮਝ ਲੈਂਦੇ ਹਾਂ। ਸੋ ਜੋ ਮਨੁੱਖੀ ਕੰਨ ਹੈ ਜੀ, ਪਹਿਲਾਂ ਤਾਂ ਇਹ ਦੇਖੋ ਕਿ ਉਹਦੀਆਂ ਤਿੰਨ ਹਿੱਸਿਆਂ ਚੋਂ ਵੰਡਿਆ ਹੋਇਆ। ਇੱਕ ਹੈਗਾ ਬਾਹਰੀ ਕੰਨ, ਇੱਕ ਹੈਗਾ ਜੀ ਵਿਚਲਾ ਕੰਨ, ਠੀਕ ਹੈ, ਇੱਕ ਹੈਗਾ ਅੰਦਰਲਾ ਕੰਨ। ਸੋ 3 ਹਿੱਸੇ ਨੇ ਮਨੁੱਖੀ ਕੰਨ ਦੇ। ਬਾਹਰੀ ਕੰਨ ਦੇ ਵਿੱਚ ਜੋ ਸਭ ਤੋਂ ਪਹਿਲਾਂ ਆ ਗਿਆ ਜੀ, ਉਹ ਆ ਗਿਆ ਪਿੰਨਾ। ਇੱਥੇ ਮੈਂ ਲਿਖ ਦਿੰਦਾ ਸਾਈਡ ਤੇ ਇੰਗਲਿਸ਼ ਦੇ ਵਿੱਚ, ਇੰਗਲਿਸ਼ ਵਾਲੇ ਸਟੂਡੈਂਟਸ ਦੇ ਲਈ। ਸੋ ਪਿੰਨਾ। ਸੋ ਜੋ ਮਨੁੱਖੀ ਕੰਨ ਹੈ ਉਹਦੀ ਜੋ ਬਿਲਕੁਲ ਬਾਹਰੀ ਪਰਤ ਹੈ, ਹਨਾ, ਆਹ ਵਾਲਾ ਹਿੱਸਾ ਆਪਾਂ ਨੂੰ ਪਤਾ ਕਿ ਦੀਂਦਾ ਆਪਾਂ ਨੂੰ ਵੀ, ਠੀਕ ਹੈ। ਇਹਨੂੰ ਕੀ ਬੋਲਦੇ ਨੇ ਆਪਾਂ, ਪਿੰਨਾ, ਉਹਨੂੰ ਬੋਲਦੇ ਆ ਪਿੰਨਾ। ਇਸ ਤੋਂ ਇਲਾਵਾ ਕੰਨ ਦੀ ਨਲੀ ਹੈ ਜੀ, ਠੀਕ ਹੈ, ਕੰਨ ਦੀ ਨਾਲੀ ਹੈ, ਇਹ ਅੱਗੇ ਜਾਂਦੀ ਹੈ ਇੱਥੋਂ ਤੱਕ। ਆ ਸਭ ਤੋਂ ਇੰਪੋਰਟੈਂਟ ਆ ਗਿਆ ਕੰਨ ਦਾ ਪਰਦਾ, ਠੀਕ ਹੈ। ਆਪਾਂ ਸਾਰੇ ਅਵੇਅਰ ਆ ਮੇਰੇ ਖਿਆਲ ਨਾਲ। ਮਾਰਕਰ ਆਈ ਥਿੰਕ ਮੈਂ ਥੋੜਾ ਚੇਂਜ ਕਰ ਲਾਂ, ਇਹ ਥੋੜਾ ਜ਼ਿਆਦਾ ਦਿਖ ਨਹੀਂ ਰਿਹਾ ਹੋਣਾ। ਸੋ ਇਹਨੂੰ ਈਅਰ ਡਰਮ ਬੋਲਦੇ ਆ ਅਸੀਂ, ਈਅਰ ਡਰਮ, ਕੰਨ ਦਾ ਪਰਦਾ, ਠੀਕ ਹੈ, ਆਲੀ ਜਗ੍ਹਾ ਤੇ ਹੁੰਦਾ। ਆਪਾਂ ਈਵਨ ਕਈ ਵਾਰ ਕੰਨ ਚੋਂ ਮੈਲ ਕੱਢਣੀ ਹੋਵੇ ਤਾਂ ਬੋਲਦੇ ਆ ਕਿ ਬੜੇ ਧਿਆਨ ਨਾਲ, ਹਨਾ, ਕੰਨ ਦੇ ਪਰਦੇ ਨੂੰ ਨੁਕਸਾਨ ਨਾ ਪਹੁੰਚੇ। ਸੋ ਇਹ ਈਅਰ ਡਰਮ ਆ ਗਿਆ। ਇਸ ਤੋਂ ਇਲਾਵਾ ਜੋ ਵਿਚਲਾ ਕੰਨ ਹੈ ਉਹਦੇ ਵਿੱਚ ਦੇਖ ਲੈਂਦੇ 3 ਹੱਡੀਆਂ ਹੁੰਦੀਆਂ ਨੇ ਜੀ, ਇੱਕ ਮੈਲਿਸ, ਇੱਕ ਇਨਕਸ, ਇੱਕ ਸਟੇਪਸ, ਠੀਕ ਹੈ। 3 ਹੱਡੀਆਂ ਹੁੰਦੀਆਂ ਨੇ, ਨਾਮ ਲਿਖਣੇ ਮੈਂ ਲਿਖ ਦੇਣਾ, ਵੈਸੇ ਪੰਜਾਬੀ ਦੇ ਵਿੱਚ ਹੀ ਨੋਟ ਕਰ ਲਓ ਤਾਂ ਵਧੀਆ ਹੈਗਾ। ਸਟੇਪਸ ਆ ਗਈ, ਸਟੇਪਸ ਨੂੰ ਮੈਂ ਇੱਥੇ ਹਾਈਲਾਈਟ ਕੀਤਾ। ਸੋ 3 ਇੱਕ ਤਰ੍ਹਾਂ ਦੀਆਂ ਬੋਨਸ ਹੁੰਦੀਆਂ ਨੇ ਵਿਚਲੇ ਕੰਨ ਦੇ ਵਿੱਚ, ਸਟੇਪਸ, ਇਨਕਸ ਤੇ ਮੈਲਿਸ। ਮੈਂ ਦੇਖੋ ਬਿਲਕੁਲ ਮੋਟਾ-ਮੋਟਾ ਸਮਝਾ ਰਿਹਾ, ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾ ਰਿਹਾ। ਮੈਨੂੰ ਉਮੀਦ ਹੈ ਕਿ ਇਹਦੇ ਨਾਲ ਤੁਹਾਨੂੰ ਥੋੜਾ ਵਧੀਆ ਸਮਝ ਆ ਜਾਊਗਾ, ਨਾਲੇ ਕੰਨ ਦੀ ਥੋੜੀ ਫੰਕਸ਼ਨਿੰਗ ਪਤਾ ਲੱਗ ਜਾਊਗੀ। ਸੋ ਇਹ ਹੱਡੀਆਂ ਕੀ ਕੰਮ ਕਰਦੀਆਂ ਨੇ, ਮੰਨ ਲਓ ਆਵਾਜ਼ ਗਈ ਕੰਨ ਦੇ ਅੰਦਰ, ਇੱਥੋਂ ਦੀ ਕੰਨ ਦੇ ਪਰਦੇ ਤੱਕ ਗਈ। ਉਸ ਤੋਂ ਬਾਅਦ ਜੋ ਵਾਈਬ੍ਰੇਸ਼ਨ ਹੈ, ਈਅਰ ਡਰਮ ਦੇ ਵਿੱਚ ਵਾਈਬ੍ਰੇਸ਼ਨ ਹੋਊਗੀ ਅਤੇ ਉਸ ਵਾਈਬ੍ਰੇਸ਼ਨ ਨੂੰ ਕਈ ਗੁਣਾ ਵਧਾਉਣ ਦਾ ਕੰਮ ਇਹ ਹੱਡੀਆਂ ਕਰਨਗੀਆਂ, ਠੀਕ ਹੈ। ਇਹ ਵਾਲੀਆਂ ਚੀਜ਼ਾਂ ਕਰਨਗੀਆਂ, ਇਦਾਂ ਯਾਦ ਰੱਖਿਓ। ਤਾਂ ਇਹਦੇ ਵਿੱਚ ਦੇਖੋ ਸਟੇਪਸ ਬੜੀ ਇੰਪੋਰਟੈਂਟ ਹੈ, ਕਿਉਂਕਿ ਆਪਾਂ ਨੂੰ ਪੁੱਛਿਆ ਜਾਂਦਾ ਕਿ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਹੱਡੀ ਦਾ ਨਾਮ ਦੱਸੋ। ਮਨੁੱਖੀ ਸਰੀਰ ਦੀ ਆਪਣੇ ਅੰਦਰ 206, ਅਡਲਟ ਦੇ ਵਿੱਚ ਦੇਖੀਏ ਤਾਂ 206 ਹੱਡੀਆਂ ਹੁੰਦੀਆਂ ਨੇ, ਛੋਟੇ ਬੱਚੇ ਦੇ ਵਿੱਚ 300 ਹੁੰਦੀਆਂ ਨੇ, ਹਨਾ। ਇੱਥੇ ਵੀ ਅਗਰ ਆਪਾਂ ਥੋੜਾ ਜਿਹਾ ਸੋਚੀਏ ਕਿ 300 ਤੋਂ 206 ਕਿਵੇਂ ਬਣ ਜਾਂਦੀਆਂ ਨੇ, ਕਿਉਂਕਿ ਛੋਟੇ ਬੱਚੇ ਦੀਆਂ ਕਾਫੀ ਹੱਡੀਆਂ ਬਾਅਦ ਦੇ ਵਿੱਚ ਕੰਬਾਈਨ ਹੋ ਕੇ ਇੱਕ ਬਣ ਜਾਂਦੀਆਂ ਨੇ, ਤਾਂ ਕਰਕੇ 206 ਰਹਿ ਜਾਂਦੀਆਂ ਨੇ ਅਡਲਟ ਤੱਕ। ਤਾਂ ਸਭ ਤੋਂ ਵੱਡੀ ਹੱਡੀ ਆਪਾਂ ਬੋਲਦੇ ਹਾਂ ਜੀ ਫੀਮਰ ਹੈ। ਸਭ ਤੋਂ ਵੱਡੀ ਹੱਡੀ ਆਪਣੀ ਕੀ ਹੈ, ਫੀਮਰ ਹੈ ਮਨੁੱਖੀ ਸਰੀਰ ਦੀ, ਜੋ ਕਿ ਆਪਣੇ ਥਾਈ ਦੇ ਵਿੱਚ, ਆਪਣੇ ਪੱਟ ਦੇ ਵਿੱਚ ਹੁੰਦੀ ਹੈ। ਸਿਮਿਲਰਲੀ ਇੱਕ ਸਭ ਤੋਂ ਛੋਟੀ ਹੱਡੀ ਵੀ ਪੁੱਛਿਆ ਜਾਂਦਾ ਹੈ ਕੁਐਸਚਨ, ਵੱਡੀ ਹੱਡੀ ਵਾਲਾ ਪੇਪਰ 'ਚ ਆਇਆ ਹੋਇਆ, ਨਹੀਂ ਕਿ ਉਹੀ ਕਰਵਾ ਰਿਹਾ ਮੈਂ।
ਇੱਕ ਛੋਟੀ ਹੱਡੀ ਦਾ ਵੀ ਪੁੱਛਿਆ ਜਾਂਦਾ ਕਿ ਛੋਟੀ ਹੱਡੀ ਕੀ ਹੈ, ਕਿਹੜੀ ਹੈ ਮਨੁੱਖੀ ਸਰੀਰ ਦੀ, ਤਾਂ ਆਪਾਂ ਉੱਥੇ ਬੋਲਦੇ ਹਾਂ ਸਟੇਪਸ। ਆਪਾਂ ਉੱਥੇ ਬੋਲਦੇ ਹਾਂ ਜੀ ਸਟੇਪਸ। ਤਾਂ ਸਟੇਪਸ ਕਿੱਥੇ ਪ੍ਰੈਜ਼ੈਂਟ ਹੈ, ਹੁਣ ਤੁਹਾਨੂੰ ਪਤਾ ਲੱਗ ਗਿਆ ਕੰਨ ਦੇ ਵਿੱਚ, ਹੈ ਨਾ। ਸਟੇਪਸ ਕਿੱਥੇ ਹੈ, ਕੰਨ ਦੇ ਵਿੱਚ। ਨਾਲੇ 2 ਕੁਐਸਚਨ ਆਪਣੇ ਕਵਰ ਹੋ ਗਏ। ਚਲੋ ਹੁਣ ਅੰਦਰ ਵਿਚਲੇ ਕੰਨ ਦਾ ਤੁਹਾਨੂੰ ਪਤਾ ਲੱਗ ਗਿਆ, ਹੱਡੀਆਂ ਦਾ ਕੰਮ ਪਤਾ ਲੱਗ ਗਿਆ। ਉਸ ਤੋਂ ਬਾਅਦ ਜੋ ਸਿਗਨਲ ਨੇ ਜੀ, ਜੋ ਕਿ ਕਾਫੀ ਵਾਈਬ੍ਰੇਟ ਵਾਲੇ ਸਿਗਨਲ ਅੰਦਰ ਜਾਣਗੇ, ਉਹ ਕਿਹਦੇ ਕੋਲ ਜਾਣਗੇ, ਇੱਥੇ ਵਾਲੀ ਪੋਜੀਸ਼ਨ ਦੇ ਉੱਪਰ। ਠੀਕ ਹੈ, ਇਹਨੂੰ ਕੋਕਲੀਆ ਕਹਿੰਦੇ ਨੇ, ਕੋਕਲੀਆ। ਠੀਕ ਹੈ, ਇਸ ਪੋਜੀਸ਼ਨ ਨੂੰ ਅਸੀਂ ਬੋਲਾਂਗੇ ਕੋਕਲੀਆ। ਸੋ ਕੋਕਲੀਆ ਦਾ ਕੀ ਕੰਮ ਹੈ, ਕੋਕਲੀਆ ਕੀ ਕਰੂਗਾ ਕਿ ਇਹਨਾਂ ਜੋ ਵਾਈਬ੍ਰੇਸ਼ਨਸ ਆ ਰਹੀਆਂ ਨੇ, ਹਨਾ, ਇਹਨਾਂ ਨੂੰ ਇਲੈਕਟ੍ਰਿਕ ਸਿਗਨਲ ਦੇ ਵਿੱਚ, ਜਾਂ ਇਦਾਂ ਸਮਝ ਲਓ ਕਿ ਇਦਾਂ ਦੀ ਸਿਗਨਲ ਦੇ ਵਿੱਚ ਬਦਲ ਦੂਗਾ ਕਿ ਫਿਰ ਉਹ ਨਸ ਦੇ ਰਾਹੀਂ, ਠੀਕ ਹੈ, ਨਾੜ ਦੇ ਰਾਹੀਂ ਉਹ ਸਿਗਨਲ ਆਪਣੇ ਬ੍ਰੇਨ ਤੱਕ ਜਾਣਗੇ ਜੀ। ਆਡਿਟਰੀ ਨਸ ਦੇ ਰਾਹੀਂ ਜਿਹੜੇ ਸਿਗਨਲ ਨੇ ਉਹ ਆਪਣੇ ਬ੍ਰੇਨ ਤੱਕ ਜਾਣਗੇ, ਆਪਣਾ ਦਿਮਾਗ ਉਹਨਾਂ ਨੂੰ ਸਮਝੂਗਾ, ਪ੍ਰੋਸੈਸ ਕਰੂਗਾ। ਠੀਕ ਹੈ, ਫਿਰ ਉਹ ਚੀਜ਼ ਆਪਾਂ ਨੂੰ ਮਤਲਬ ਅੱਗੇ ਦੀ ਅੱਗੇ ਪ੍ਰੋਸੈਸਿੰਗ ਹੋਈ ਜਾਊਗੀ, ਬ੍ਰੇਨ ਤੱਕ ਚੀਜ਼ ਪਹੁੰਚ ਗਈ ਇਸ ਤਰੀਕੇ ਨਾਲ। ਜਿਵੇਂ ਜਦੋਂ ਆਪਾਂ ਕਿਸੇ ਚੀਜ਼ ਨੂੰ ਦੇਖਦੇ ਹਾਂ ਤਾਂ ਉਦੋਂ ਵੀ ਉਹ ਬ੍ਰੇਨ ਤੱਕ ਪਹੁੰਚਦੀ ਹੈ, ਹਨਾ, ਸਾਰੀ ਚੀਜ਼, ਸਿਗਨਲ ਬ੍ਰੇਨ ਤੱਕ ਜਾਂਦੇ ਨੇ। ਸਿਮਿਲਰਲੀ ਸੁਣਦੇ ਆ ਤਾਂ ਇਹ ਵੀ ਸਿਗਨਲ ਫਿਰ ਇਸ ਤਰੀਕੇ ਨਾਲ ਜਿਹੜੇ ਹੈਗੇ ਨੇ ਉਹ ਬ੍ਰੇਨ ਤੱਕ ਜਾਂਦੇ ਨੇ। ਕੋਕਲੀਆ ਜੋ ਕਿ ਅੰਦਰਲੇ ਕੰਨ ਦਾ ਹਿੱਸਾ ਹੈਗਾ, ਇਹਨੇ ਉਹਨਾਂ ਜੋ ਵਾਈਬ੍ਰੇਸ਼ਨ ਸੀ ਉਹਨਾਂ ਨੂੰ ਬਿਜਲੀ ਸੰਕੇਤਾਂ ਦੇ ਵਿੱਚ, ਇਲੈਕਟ੍ਰੀਕਲ ਸਿਗਨਲ ਦੇ ਵਿੱਚ ਬਦਲਤਾ, ਤੇ ਆਡਿਟਰੀ ਜੋ ਨਸ ਹੈ ਉਹਨੇ ਉਹਨਾਂ ਸਿਗਨਲਸ ਨੂੰ ਬ੍ਰੇਨ ਤੱਕ ਪਹੁੰਚਾਤਾ, ਤੇ ਬ੍ਰੇਨ ਉਹ ਚੀਜ਼ਾਂ ਨੂੰ ਫਿਰ ਕਰੂਗਾ ਜੀ ਇੰਟਰਪ੍ਰੇਟ। ਸੋ ਹੋਪਫੁਲੀ ਕਿ ਸਿੰਪਲ ਜੀ ਜੋ ਫੰਕਸ਼ਨਿੰਗ ਹੈ ਹਿਊਮਨ ਈਅਰ ਦੀ ਤੁਹਾਨੂੰ ਸਮਝ ਆ ਗਈ ਹੋਣੀ ਆ। ਇਹਦੇ ਵਿੱਚ ਜੋ ਮੋਟੀਆਂ-ਮੋਟੀਆਂ ਟਰਮਸ ਨੇ ਉਹਨਾਂ ਨੂੰ ਜ਼ਰੂਰ ਨੋਟ ਕਰਕੇ ਰੱਖੋ। ਹਾਂਜੀ, ਥਰਡ ਕੁਐਸਚਨ ਆ ਗਿਆ ਸਾਡਾ ਇਹਦਾ, ਜੇ ਯੂਨਿਟ ਆਫ ਫॉर ਮੈਜ਼ਰਿੰਗ ਦਾ ਨੋਇਸ ਪੋਲੂਸ਼ਨ ਇਜ਼। ਸ਼ੋਰ ਪ੍ਰਦੂਸ਼ਣ ਮਾਪਣ ਦੀ ਕਿਹੜੀ ਇਕਾਈ ਹੈ? ਦੇਖੋ, ਸ਼ੋਰ ਪ੍ਰਦੂਸ਼ਣ ਮਤਲਬ ਜਦੋਂ ਕਾਫੀ ਜ਼ਿਆਦਾ ਸ਼ੋਰ ਹੋ ਰਿਹਾ ਹੋਵੇ, ਤਾਂ ਅਗਰ ਆਪਾਂ ਲਾਊਡਨੈਸ ਦੇ ਵੀ ਦੇਖੀਏ ਕਿ ਕਿੰਨੇ ਕੁ ਉੱਚੇ ਨੂੰ ਆਪਾਂ ਬੋਲਾਂਗੇ, ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਜਦੋਂ ਧੁਨੀ ਦੀ ਜੋ ਲਾਊਡਨੈਸ ਹੈ ਜੀ, ਪ੍ਰਬਲਤਾ ਲਾ ਲਓ, ਉਹ 80 ਡੈਸੀਬਲ ਤੋਂ ਵੱਧ ਹੋ ਗਈ ਤਾਂ ਉਹ ਹਾਨੀਕਾਰਕ ਹੈ, ਉਹ ਇੱਕ ਤਰ੍ਹਾਂ ਦਾ ਸ਼ੋਰ ਹੀ ਹੋ ਜਾਂਦਾ ਫਿਰ। ਪਰ ਇਹਨਾਂ ਨੇ ਪੁੱਛਿਆ ਪਿਛਲੀ ਇਕਾਈ ਕੀ ਹੈ, ਉਹਨੂੰ ਮਾਪਣ ਦੀ ਇਕਾਈ ਕੀ ਹੈ, ਪਿੱਛੇ ਕੀ ਲਾਉਣੇ ਆਪਾਂ। ਤਾਂ ਦੇਖੋ ਡੀ ਆਪਸ਼ਨ, ਐਸਟ੍ਰੋਨੋਮਿਕਲ ਯੂਨਿਟ, ਇਹ ਨਹੀਂ ਆ ਸਕਦਾ ਜੀ। ਬ੍ਰਿਟਿਸ਼ ਥਰਮਲ ਯੂਨਿਟ, ਇਹ ਵੀ ਨਹੀਂ ਆਪਾਂ ਯੂਜ਼ ਕੀਤਾ ਕਿਤੇ। ਪਾਰਟੀਕੂਲੇਟ ਪਰ ਮਿਲੀਅਨ, ਇਹ ਵੀ ਕਿਤੇ ਯੂਜ਼ ਨਹੀਂ ਕੀਤਾ। ਸੋ ਆਪਾਂ ਯੂਜ਼ ਕੀ ਕੀਤਾ ਸੀ, ਡੈਸੀਬਲ, ਪਿੱਛੇ ਡੀ ਵੀ ਲਾਉਂਦੇ ਸੀ ਆਪਾਂ, ਹਨਾ, ਕਿ ਅਗਰ ਧੁਨੀ ਦੀ ਜੋ ਪ੍ਰਬਲਤਾ ਹੈ, ਜੋ ਉੱਚਾਪਨ ਹੈ ਉਹਦਾ 80 ਡੈਸੀਬਲ ਤੋਂ ਵੱਧ ਜੇ, ਤਾਂ ਅਸੀਂ ਕੀ ਬੋਲਦੇ ਹਾਂ ਕਿ ਉਹ ਸਾਡੇ ਈਅਰ ਦੇ ਲਈ ਹਾਨੀਕਾਰਕ ਹੈ। ਠੀਕ ਹੈ, ਕਈ ਤਰ੍ਹਾਂ ਦੇ ਡਿਜ਼ੀਜ਼ ਵਗੈਰਾ ਉਹ ਕਰ ਸਕਦੀਆਂ ਨੇ ਜ਼ਿਆਦਾ ਸ਼ੋਰ ਪ੍ਰਦੂਸ਼ਣ ਦੇ ਨਾਲ, ਜਿਵੇਂ ਅਨੀਂਦਰਾ ਵਗੈਰਾ, ਇਹ ਆਪਾਂ ਗੱਲ ਕੀਤੀ ਸੀ। ਸੋ ਇਹਨਾਂ ਨੇ ਪੁੱਛਿਆ ਕਿ ਪਿੱਛੇ ਕੀ ਲਾਉਣੇ ਆਪਾਂ, ਹਨਾ, ਨੋਇਸ ਪੋਲੂਸ਼ਨ ਦੇ ਮਾਪਨ ਦੀ ਇਕਾਈ ਦੇ ਵਿੱਚ। ਤਾਂ ਪਿੱਛੇ ਕੀ ਲਾਇਆ ਜੀ ਮੈਂ, ਡੀਬੀ। ਡੀਬੀ ਕੀ ਹੈ, ਡੈਸੀਬਲ। ਸੋ ਆਪਸ਼ਨ ਏ ਜਿਹੜਾ ਆਊਗਾ ਉਹ ਸਹੀ ਆਨਸਰ ਆਊਗਾ ਥਰਡ ਕੁਐਸਚਨ ਦੇ, ਥਰਡ ਐਮਸੀਕਿਊ ਦੇ ਲਈ। ਹਾਂਜੀ, ਐਮਸੀਕਿਊ ਨੰਬਰ 4। ਸੋ ਅਗਰ ਕਲਾਸ ਤੁਹਾਨੂੰ ਵਧੀਆ ਲੱਗ ਰਹੀ ਹੈ, ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਪਿਆ, ਹਾਲਾਂਕਿ ਇਹ ਟੌਪਿਕ ਬਹੁਤ ਹੀ ਜ਼ਿਆਦਾ ਸਾਇੰਸ ਨਾਲ ਰਿਲੇਟਡ ਸੀਗਾ, ਪਰ ਜਿਵੇਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਬਹੁਤ ਸਾਰੇ ਕੁਐਸਚਨ ਇਸ ਟੌਪਿਕ ਦੇ ਵਿੱਚੋਂ ਆਪਾਂ ਨੂੰ ਆਏ ਹੋਏ ਨੇ। ਤਾਂ ਕਰਕੇ ਇਹ ਟੌਪਿਕ ਜਿਹੜਾ ਹੈਗਾ ਪੜਾਉਣਾ ਜ਼ਰੂਰੀ ਸੀਗਾ, ਕਿਉਂਕਿ ਮੇਰਾ ਟਾਰਗੇਟ ਇਹੀ ਹੈ ਕਿ ਕਿਉਂਕਿ ਹੁਣ ਆਪਣੀਆਂ 3 4 5 ਵੀਡੀਓ ਦਾ ਕੰਮ ਹੋ ਰਹਿ ਗਿਆ, 5 ਵੀਡੀਓ ਦਾ, ਤਾਂ ਆਪਾਂ ਕੋਈ ਰਿਸਕ ਨਾ ਲਈਏ, ਜਿੱਥੋਂ ਤੱਕ ਆਪਾਂ ਨੂੰ ਕੁਐਸਚਨ ਆ ਸਕਦੇ ਆ ਜਾਂ ਆਏ ਹੋਏ ਆ ਆਪਾਂ ਉੱਥੇ ਤੱਕ ਪਹੁੰਚੀਏ। ਸੋ ਤਾਂ ਕਰਕੇ ਮੈਨੂੰ ਉਮੀਦ ਹੈ ਕਿ ਤੁਹਾਨੂੰ 50% ਤਾਂ ਸਮਝ ਆ ਗਈ ਹੋਣੀ ਹੈ ਇਹਦੀ ਕਲਾਸ, ਕਿਉਂਕਿ ਥੋੜੀ ਟੈਕਨੀਕਲ ਸੀਗੀ। ਠੀਕ ਹੈ, ਕਈ ਵਾਰ ਜ਼ਿਆਦਾ ਨਹੀਂ ਵੀ ਪਤਾ ਲੱਗਦਾ ਤਾਂ ਦੁਬਾਰਾ ਵੀ ਤੁਸੀਂ ਸੁਣ ਸਕਦੇ ਹੋ, ਨੋਟ ਕੀਤਾ ਹੋਇਆ ਤਾਂ ਉਹਨੂੰ ਦੁਬਾਰਾ ਪੜ੍ਹ ਸਕਦੇ ਹੋ, 1 2 ਵਾਰ ਪੜ੍ਹ ਕੇ ਤੁਹਾਨੂੰ ਕਲੀਅਰ ਹੋ ਗਿਆ ਹੋ ਜਾਏਗਾ ਉਹ ਆਰਾਮ ਨਾਲ। ਸੋ ਅਗਰ ਤੁਹਾਨੂੰ ਕਲਾਸ ਵਧੀਆ ਲੱਗ ਰਹੀ ਹੈ ਤਾਂ ਜਰੂਰ ਇਸ ਵੀਡੀਓ ਨੂੰ ਲਾਈਕ ਕਰ ਦਿਓ ਜੀ। ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਰੂਰ ਕਰ ਦਿਓ, ਕਿਉਂਕਿ ਬਿਲਕੁਲ ਫ੍ਰੀ ਆਫ ਕਾਸਟ ਜਿਹੜੀ ਹੈਗੀ ਉਹ ਐਜੂਕੇਸ਼ਨ ਤੁਹਾਨੂੰ ਪ੍ਰੋਵਾਈਡ ਕੀਤੀ ਜਾ ਰਹੀ ਹੈ। ਐਂਡ ਇਸ ਫ੍ਰੀ ਐਜੂਕੇਸ਼ਨ ਨੂੰ ਆਪਣੇ ਵੱਧ ਤੋਂ ਵੱਧ ਸਾਥੀਆਂ ਤੱਕ ਜਰੂਰ ਸ਼ੇਅਰ ਕਰੋ, ਤਾਂ ਕਿ ਵੱਧ ਤੋਂ ਵੱਧ ਬੱਚੇ ਇਹ ਵੀਡੀਓਜ਼ ਦਾ ਜਿਹੜਾ ਹੈਗਾ ਉਹ ਬੈਨੀਫਿਟ ਲੈ ਸਕਣ। ਸੋ ਕੁਐਸਚਨ ਨੰਬਰ 4, ਵਿਚ ਆਫ ਦ ਫੋਲੋਇੰਗ ਪ੍ਰੋਬਲਮਸ ਇਜ਼ ਨਾਟ ਕ੍ਰੀਏਟਡ ਬਾਈ ਨੋਇਸ ਪੋਲੂਸ਼ਨ। ਕਹਿੰਦੇ ਸ਼ੋਰ ਪ੍ਰਦੂਸ਼ਣ ਨਾਲ ਕਿਹੜੀਆਂ ਬਿਮਾਰੀਆਂ ਜਾਂ ਕਿਹੜੀਆਂ ਸਮੱਸਿਆਵਾਂ ਆਵਾਜ਼ ਪ੍ਰਦੂਸ਼ਣ ਨਾਲ ਪੈਦਾ ਨਹੀਂ ਹੁੰਦੀਆਂ। ਦੇਖੋ ਡੀ ਆਪਸ਼ਨ ਹੈ ਇਰੀਟੇਸ਼ਨ, ਚਿੜਚਿੜਾਪਨ ਹੋਏਗਾ ਜੀ, ਹਨਾ, ਚਿੜਚਿੜਾਪਨ ਹੋਏਗਾ। ਮੰਨ ਲਓ ਆਪਣੇ ਪਿੰਡ ਦੇ ਵਿੱਚ, ਠੀਕ ਹੈ, ਜਾਂ ਸ਼ਹਿਰ ਦੇ ਵਿੱਚ ਅਸੀਂ ਸੌਣਾਗਾ ਮੰਨ ਲਓ ਰਾਤ ਨੂੰ, ਤਾਂ ਰਸਤੇ 'ਚ ਬਾਕੀ ਕਿਸੇ ਦਾ ਵਿਆਹ ਗਾ ਤੇ ਉਹਨਾਂ ਨੇ ਡੀਜੇ ਲਾਇਆ ਹੋਇਆ ਬਹੁਤ ਸਵੇਰ ਤੱਕ, 1 2 ਵਜੇ ਤੱਕ, ਹਨਾ, ਰਾਤ ਦੇ ਵੀ, ਤਾਂ ਆਬਵੀਅਸ ਹੀ ਗੱਲ ਹੈ ਜੀ ਨੋਇਸ ਪੋਲੂਸ਼ਨ ਤਾਂ ਉਹਦੇ ਨਾਲ ਜੋ ਇਰੀਟੇਸ਼ਨ ਹੈ ਉਹ ਤਾਂ ਹੋਏਗੀ ਹੋਏਗੀ। ਪਰ ਉਹ ਵੱਖਰੀ ਗੱਲ ਹੈ, ਦੇਖੋ ਅਗਲੇ ਦੀ ਮੈਰਿਜ ਹੈ, ਉਹਨਾਂ ਨੇ ਇੰਜੋਏ ਕਰਨਾ ਹੈਗਾ, ਠੀਕ ਹੈ। ਪਰ ਨੋਇਸ ਪੋਲੂਸ਼ਨ ਨਾਲ ਇਰੀਟੇਸ਼ਨ, ਚਿੜਚਿੜਾਪਨ ਹੋ ਸਕਦਾ। ਦੇਖੋ ਨਾ, ਸਾਨੂੰ ਕਿਸੇ ਨੂੰ ਵੀ ਨੋਇਸ ਪੋਲੂਸ਼ਨ ਜਿਹੜਾ ਹੈਗਾ ਉਹ ਵਧੀਆ ਨਹੀਂ ਲੱਗਦਾ। ਇਸ ਤੋਂ ਬਾਅਦ ਬਹਿਰਾਪਨ, ਡੈਫਨੈਸ, ਦੇਖੋ ਇਹ ਪੋਸੀਬਲ ਹੈ ਜੀ, ਠੀਕ ਹੈ, ਇਹ ਵੀ ਪ੍ਰੋਬਲਮ ਹੋ ਸਕਦੀ ਹੈ, ਕਿਉਂਕਿ ਇਹਨਾਂ ਨੇ ਪੁੱਛਿਆ ਕਿਹੜੀ ਪ੍ਰੋਬਲਮ ਨਹੀਂ ਹੋ ਸਕਦੀ। ਬਟ ਬਹਿਰਾਪਨ, ਬਹੁਤ ਜ਼ਿਆਦਾ ਆਵਾਜ਼ ਹੈ ਤਾਂ ਹੋ ਸਕਦਾ, ਕੋਈ ਵੱਡੀ ਗੱਲ ਨਹੀਂ। ਇਸ ਤੋਂ ਇਲਾਵਾ ਹਾਈਪਰਟੈਂਸ਼ਨ ਜੀ, ਇਹ ਮੈਂ ਗੱਲ ਪਹਿਲਾਂ ਹੀ ਕਰ ਚੁੱਕਾ। ਸੋ ਟੈਨਸ਼ਨ ਵੀ ਹੋ ਸਕਦੀ ਹੈ, ਹਾਈਪਰਟੈਂਸ਼ਨ ਵੀ ਹੋ ਸਕਦੀ ਹੈ। ਸੋ ਇਹ ਪ੍ਰੋਬਲਮਾਂ ਤਾਂ ਹੋ ਸਕਦੀਆਂ। ਇਹਨਾਂ ਨੇ ਪੁੱਛਿਆ ਕਿਹੜੀ ਨਹੀਂ ਹੋ ਸਕਦੀ, ਦੇਖੋ ਇਹ ਆਪਸ਼ਨ ਦੇਖੋ, ਡਾਇਰੀਆ,
ਡਾਇਰੀਆ ਦੱਸ ਤੇ ਇਹਦਾ ਮਤਲਬ ਪੇਟ ਪੂਟ ਖਰਾਬ ਹੋ ਗਿਆ ਉਹ ਚੀਜ਼ ਨਾਲ ਹੈ, ਇਹਦੇ ਨਾਲ ਨੋਇਜ਼ ਪੋਲਿਊਸ਼ਨ ਦਾ ਕੋਈ ਜ਼ਿਆਦਾ ਰਿਲੇਸ਼ਨ ਨਹੀਂ ਹੈਗਾ ਡਾਇਰੈਕਟ। ਸੋ ਇਹਨਾਂ ਨੇ ਪੁੱਛਿਆ ਕਿਹੜੀ ਪ੍ਰੋਬਲਮ ਨਹੀਂ ਹੋ ਸਕਦੀ, ਸੋ ਆਪਸ਼ਨ ਏ ਡਾਇਰੀਆ ਇਜ਼ ਦਾ ਕਰੈਕਟ ਆਂਸਰ ਫॉर क्वेश्चन नंबर 4। ਸੋ ਇਹ ਸੀ ਜੀ ਆਪਣੀ ਅੱਜ ਦੀ ਕਲਾਸ। ਸੋ ਦੈਟਸ ਆਲ ਫॉर टुडे। ਸੋ ਥੈਂਕ ਯੂ ਜੀ, ਥੈਂਕ ਯੂ ਸੋ ਮਚ ਫॉर वाचिंग।